ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 3 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸੈਣੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਕਰਮਜੀਤ ਸਿੰਘ ਬੇਕਰਸਫੀਲਡ, ਪਰਮਜੀਤ ਸਿੰਘ ਬਰਕਲੇ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਅੱਧੇ ਤੋਂ ਵੱਧ ਤੁਹਾਡਾ ਕਰਜ਼ਾ ਮਾਫ ਕਰਵਾਉਣ ਦੇ ਵਿੱਚ ਮਦਦ ਕਰ ਸਕਦੇ ਨੇ। ਕਾਲ ਕਰੋ 888-888-9914, 888-888-9914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਕਾਲ 408-272-5200। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀ ਪੂਰੀ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ। ਈਰਾਨ ਦੇ ਵਿੱਚ ਜੋ ਵਾਰ ਚੱਲ ਰਹੀ ਆ, ਅੱਜ ਅਮਰੀਕਾ ਨੇ ਆਪਣੀਆਂ 2 ਐਮਬੈਸੀਜ਼ ਜੋ ਆ ਮਿਡਲ ਈਸਟ ਦੇ ਵਿੱਚ ਬੰਦ ਕਰ ਦਿੱਤੀਆਂ ਹੈਗੀਆਂ, ਕਿਉਂਕਿ ਈਰਾਨ ਨੇ ਉੱਥੇ ਡਰੋਨ ਦੇ ਨਾਲ ਹਮਲਾ ਕੀਤਾ ਸੀ। ਤੇ ਦੂਸਰੇ ਪਾਸੇ ਇਜ਼ਰਾਈਲ ਜੋ ਆ, ਜਿਸ ਨੇ ਇਹ ਲੜਾਈ ਸ਼ੁਰੂਆਤ ਕੀਤੀ, ਉਸ ਨੇ ਈਰਾਨ ਦੇ ਉੱਤੇ ਤਾਂ ਬਹੁਤ ਬੰਬਾਰਡਮੈਂਟ ਕੀਤੀ। ਉਹਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਲੀਡਰ ਸੀ ਉਹ ਮਾਰੇ ਗਏ, ਤੇ 165 ਦੇ ਕਰੀਬ ਸਕੂਲ ਦੀਆਂ ਬੱਚੀਆਂ ਵੀ ਮਾਰੀਆਂ ਗਈਆਂ, ਜਿਨ੍ਹਾਂ ਦੀਆਂ ਕੱਲ ਪਿਕਚਰਾਂ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਆ ਉਹ ਵਾਇਰਲ ਹੋਈਆਂ ਜਦੋਂ ਉਹਨਾਂ ਦਾ ਫਿਊਨਰਲ ਕੀਤਾ ਗਿਆ ਸੀ। ਦੂਸਰੇ ਪਾਸੇ ਇਜ਼ਰਾਈਲ ਨੇ ਲੈਬਨਾਨ ਦੇ ਵਿੱਚ ਗਰਾਊਂਡ ਜਿਹੜੀ ਆ ਇੱਕ ਤਰ੍ਹਾਂ ਨਾਲ ਐਂਟਰੈਂਸ ਕਰ ਦਿੱਤੀ ਆ ਫੌਜੀਆਂ ਦੀ, ਤੇ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਕੁਝ ਜ਼ਮੀਨ ਆ ਜੋ ਲੈਬਨਾਨ ਦੇ ਵਿੱਚ ਲੈ ਲਈ ਹੈਗੀ ਆ। US ਮਿਲਟਰੀ ਨੇ ਇਹ ਕਿਹਾ ਕਿ 1700 ਦੇ ਕਰੀਬ ਟਾਰਗੇਟਸ ਈਰਾਨ ਆਪਰੇਸ਼ਨ ਦੇ ਵਿੱਚ ਅਸੀਂ ਕੀਤੇ ਹੈਗੇ ਆ। ਇਹ ਸੈਂਟਕੌਮ ਵੱਲੋਂ ਜੋ ਸਟ੍ਰਾਈਕ ਹੋਏ ਆ ਸ਼ਨੀਚਰਵਾਰ ਨੂੰ, ਜਦੋਂ ਤੋਂ ਸ਼ੁਰੂ ਹੋਏ ਹੈਗੇ, ਜਿਹਦੇ ਵਿੱਚ ਇਰਾਨੀਅਨ ਨੇਵੀ ਸ਼ਿਪਸ, ਸਬਮਰੀਨਸ, ਐਂਟੀ ਸ਼ਿਪ ਮਿਜ਼ਾਈਲ ਸਾਈਟਸ ਤੇ ਹੋਰ ਜਿਹੜੇ ਇਹਨਾਂ ਦੇ ਸੈਂਟਰ ਸੀ ਉਹਨਾਂ ਦੇ ਉੱਤੇ ਅਟੈਕ ਕੀਤੇ ਗਏ ਹੈਗੇ ਆ। ਤੇ ਟਰੰਪ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਵਰਸਟ ਕੇਸ ਸਿਨੈਰੀਓ ਕੀ ਹੋ ਸਕਦਾ, ਕਹਿੰਦੇ ਵੀ ਆਈ ਗੈਸ ਇਫ ਸਮਵਨ ਐਜ਼ ਬੈਡ ਕਮਸ ਇਨ। ਸੋ ਉਹਨਾਂ ਨੇ ਕਿਹਾ ਵੀ ਕੁਝ ਹਫ਼ਤੇ ਤੱਕ ਇਹ ਲੜਾਈ ਵੱਧ ਸਕਦੀ ਹੈਗੀ ਆ ਤੇ ਹੋਰ ਵੀ ਅਮਰੀਕਨ ਫੌਜੀਆਂ ਦੀ ਮੌਤ ਹੋ ਸਕਦੀ ਆ। ਹੁਣ ਤੱਕ 6 ਅਮਰੀਕਨ ਫੌਜੀਆਂ ਦੀ ਮੌਤ ਹੋ ਚੁੱਕੀ ਹੈਗੀ ਆ। ਦੁਬਈ, ਆਬੂ ਧਾਬੀ, ਇੱਥੇ ਲੋਕਾਂ ਨੇ ਜਿਹੜੇ ਆ ਬੰਬਾਰਡਮੈਂਟ ਸੁਣੀ ਹੈਗੀ ਆ, ਉੱਥੇ ਅਟੈਕ ਕੀਤਾ ਗਿਆ ਹੈਗਾ। UK ਨੇ ਡਿਸਟਰੋਇਰ ਭੇਜਿਆ ਹੈਗਾ, ਹੈਲੀਕਾਪਟਰ ਸਾਈਪਰਸ ਨੂੰ, ਈਰਾਨ ਅਟੈਕ ਤੋਂ ਬਾਅਦ। ਹਾਲਾਂਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਜੋ ਉਹ ਕਹਿੰਦੇ ਸੀ ਵੀ ਅਸੀਂ ਇਹਦੇ ਵਿੱਚ ਨਹੀਂ ਇਨਵੋਲਵ ਹੋਣਾ, ਪਰ ਹੁਣ ਉਹ ਕਹਿੰਦੇ ਆ ਵੀ ਅਸੀਂ ਫੁੱਲੀ ਕਮਿਟਡ ਹੈਗੇ ਆ ਸਿਕਿਉਰਿਟੀ ਆਫ ਸਾਈਪਰਸ ਤੇ ਬ੍ਰਿਟਿਸ਼ ਮਿਲਟਰੀ ਪਰਸਨਲ ਬੇਸ ਦੇ, ਕਿਉਂਕਿ ਉੱਥੇ ਬ੍ਰਿਟਿਸ਼ ਦਾ ਵੀ ਸਾਈਪਰਸ ਦੇ ਵਿੱਚ ਇੱਕ ਬੇਸ ਹੈਗਾ ਆ। ਪਰ ਉਹ ਕਹਿੰਦੇ ਸੀ ਵੀ ਅਸੀਂ ਲੜਾਈ ਦੇ ਵਿੱਚ ਜਿਹੜਾ ਆ ਉਹ ਡਾਇਰੈਕਟਲੀ ਇਨਵੋਲਵ ਨਹੀਂ ਹੋਣਾ ਹੈਗਾ ਆ। ਕਤਰੀ 에ਅਰ ਡਿਫੈਂਸ ਨੇ ਕਾਫੀ ਜਿਹੜੇ ਪ੍ਰੋਜੈਕਟਾਈਲਸ ਆ ਉਹਨਾਂ ਨੂੰ ਇੰਟਰਸੈਪਟ ਕੀਤਾ ਹੈ ਦੋਹਾ ਦੇ ਉੱਤੇ, ਜਿੱਥੇ ਜੋ ਈਰਾਨ ਵੱਲੋਂ ਅਟੈਕ ਕੀਤਾ ਗਿਆ ਸੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਇਸ ਦੇ ਚੱਲਦਿਆਂ ਸਟਾਕ ਮਾਰਕੀਟ ਪੂਰੀ ਤਰ੍ਹਾਂ ਜਿਹੜੀ ਉਹ ਡਿੱਗੀ ਆ। ਇੱਕ ਟਾਈਮ ਦੇ ਉੱਤੇ 1100 ਪੁਆਇੰਟ
ਅਮਰੀਕਾ ਦੀ ਜਿਹੜੀ ਸਟਾਕ ਮਾਰਕੀਟ ਆ ਉਹ ਥੱਲੇ ਚਲੇ ਗਈ ਸੀ। ਹੁਣ ਮੌਜੂਦਾ ਤੌਰ ਤੇ ਜਦੋਂ ਆਪਾਂ 9:15 ਵਜੇ ਸਵੇਰੇ ਕੈਲੀਫੋਰਨੀਆ ਟਾਈਮ ਮੁਤਾਬਕ ਤੁਹਾਡੇ ਨਾਲ ਇਹ ਗੱਲ ਕਰ ਰਹੇ ਹਾਂ, ਦੱਸ ਰਹੇ ਹਾਂ, ਤੇ 700 ਪੁਆਇੰਟ ਮਾਰਕੀਟ ਅਜੇ ਵੀ ਥੱਲੇ ਆ। 1.5% ਤਿੰਨੇ ਹੀ ਜਿਹੜੀਆਂ ਡਾਓ ਜੋਨ, S&P 500 ਤੇ ਨੈਸਡੈਕ 1.5% ਜਿਹੜੀ ਆ ਉਹਨਾਂ 'ਚ ਗਿਰਾਵਟ ਆਲਰੇਡੀ ਦਰਜ ਹੋਈ ਆ। ਸੋ ਦਿਨ ਖਤਮ ਹੋਣ ਤੱਕ ਇਹ ਰਿਕਵਰ ਕਰੂਗੀ ਜਾਂ ਹੋਰ ਥੱਲੇ ਜਾਊਗੀ, ਇਸ ਦੇ ਬਾਰੇ ਜਿਹੜਾ ਆਉਣ ਵਾਲਾ ਸਮਾਂ ਦੱਸੂਗਾ। ਕੱਚੇ ਤੇਲ ਦੀਆਂ ਕੀਮਤਾਂ $80 ਦੇ ਇਰਦ ਗਿਰਦ ਜਿਹੜੀਆਂ ਉਹ ਪਹੁੰਚ ਚੁੱਕੀਆਂ ਹੈਗੀਆਂ। ਇਰਾਨ ਇੱਕ ਵੱਡਾ ਸਪਲਾਇਰ ਸੀਗਾ ਤੇਲ ਦਾ ਦੁਨੀਆ ਭਰ ਦੇ ਵਿੱਚ, ਆਲਦੋ ਬਹੁਤ ਸਾਰੀਆਂ ਸੈਂਕਸ਼ਨਸ ਉਹਨਾਂ ਉੱਤੇ ਲੱਗੀਆਂ ਹੋਈਆਂ ਸੀ, ਪਰ ਫਿਰ ਵੀ ਉਸ ਦੇ ਬਾਵਜੂਦ ਉਸ ਦਾ ਤੇਲ ਬਹੁਤ ਥਾਵਾਂ ਦੇ ਉੱਤੇ ਜਾਂਦਾ ਸੀਗਾ। ਤੇ ਹੁਣ ਉਹਦੇ ਕਰਕੇ ਜਿਹੜੀ ਤੇਲ ਦੀਆਂ ਕੀਮਤਾਂ ਆ, ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਹੋਇਆ ਆ। ਸੋ ਟਰੰਪ ਹੁਣਾਂ ਨੂੰ ਇਸ ਟਾਈਮ ਇਹ ਉਹ ਦੱਸਣ ਦੇ ਵਿੱਚ ਕਾਈਂਡ ਆਫ ਅਸਮਰਥ ਨੇ ਵੀ ਇਹ ਜਿਹੜਾ ਇਹ ਹਮਲਾ ਆ ਇਹਦੇ ਪਿੱਛੇ ਮੇਨ ਮੁੱਖ ਕਾਰਨ ਕੀ ਆ। ਕਦੀ ਉਹ ਨਿਊਕਲੀਅਰ ਪ੍ਰੋਗਰਾਮ ਕਹਿੰਦੇ ਆ, ਕਦੀ ਉਹ ਮਿਜ਼ਾਈਲਸ ਕਹਿ ਦਿੰਦੇ ਆ, ਕਦੀ ਉਹ ਰਜੀਮ ਚੇਂਜ ਜਿਹੜਾ ਉਹ ਕਹਿ ਦਿੰਦੇ ਆ। ਕਹਿੰਦੇ ਵੀ ਇਰਾਨ ਵਾਰ ਗੋਲਸ ਨੂੰ ਅਜੇ ਸਟਰਗਲ ਕਰ ਰਹੇ ਨੇ ਇਸ ਨੂੰ ਸੈੱਟ ਕਰਨ ਦੇ ਲਈ, ਵੀ ਅਸਲ ਦੇ ਵਿੱਚ ਇਹਨਾਂ ਦਾ ਮੁੱਖ ਉਦੇਸ਼ ਹੁਣ ਇਰਾਨ ਦੇ ਵਿੱਚ ਇਸ ਹਮਲੇ ਨੂੰ ਲੈ ਕੇ ਹੈਗਾ ਕੀ ਹੈਗਾ ਆ। ਇਰਾਨ ਨੇ ਇਰਾਕ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਵੀ ਪਹਿਲਾਂ ਜਿਹੜੇ ਉਹ ਹਮਲੇ ਪੁਰਾਣੇ ਰਾਸ਼ਟਰਪਤੀਆਂ ਨੇ, ਅਮਰੀਕਾ ਨੇ ਜਿਹੜੇ ਉਹ ਜਿਹੜੇ ਉਹ ਕੀਤੇ ਹੈਗੇ ਆ, ਪਰ ਇਹ ਹੁਣ ਉਹਨਾਂ ਲੰਬਾ ਚੱਲੇਗਾ ਤਾਂ ਉਹ ਦੇਖਣ ਵਾਲੀ ਜਿਹੜੀ ਸਮੇਂ ਵਾਲੀ ਗੱਲ ਹੋਊਗੀ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਟਰੰਪ ਹੁਣੀ ਕਹਿ ਰਹੇ ਵੀ ਕਈ ਵੀਕ ਤੱਕ ਉਹਨਾਂ ਨੇ ਕਿਹਾ ਆ ਵੀ ਇਹ ਚੱਲ ਸਕਦਾ ਹੈ। ਉੱਦਾਂ ਕਹਿੰਦੇ ਵੀ ਵੀ ਆਰ ਅਹੈਡ ਆਫ ਟਾਈਮ। ਟਰੰਪ ਹੁਣਾਂ ਦੇ ਦੁਆਰਾ ਜਿਹੜੀ ਉਹਨਾਂ ਦੀ ਮੇਨ ਲੀਡਰਸ਼ਿਪ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਮਾਰ ਦਿੱਤਾ ਗਿਆ, ਐਲੀਮੀਨੇਟ ਕਰ ਦਿੱਤਾ ਗਿਆ, ਪਰ ਉਸ ਦੇ ਬਾਵਜੂਦ ਇਰਾਨ ਲਗਾਤਾਰ ਵਾਪਸੀ ਜਿਹੜੇ ਹਮਲੇ ਆ ਉਹ ਕਰ ਰਿਹਾ। ਕੱਲ ਸਾਊਦੀ ਅਰੇਬੀਆ ਦੇ ਦੇਖੋ ਹਰਜੋਤ ਸਿੰਘ ਜੀ, ਡਿਫੈਂਸ ਸਾਰੇ ਭੇਜ ਕੇ ਅਮਰੀਕਨ ਅੰਬੈਸੀ ਦੇ ਉੱਤੇ ਡਰੋਨ ਦੇ ਨਾਲ ਹਮਲਾ ਜਿਹੜਾ ਉਹ ਕਰ ਦੇਣਾ, ਇਹ ਬੜੀ ਮਾਇਨੇ ਖੇਜ਼ ਜਿਹੜੀ ਉਹ ਗੱਲ ਹੈਗੀ ਆ ਵੀ ਇਸ ਦੇ ਵਿੱਚ ਕੋਤਾਹੀ ਜਿਹੜੀ ਆ ਉਹ ਕਿੱਥੇ ਰਹਿ ਗਈ ਆ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਹੋਪਫੁਲੀ ਜਿਹੜਾ ਉੱਥੇ ਬਚਾ ਹੀ ਰਿਹਾ ਹੋਵੇ। ਇਹੀ ਦੱਸਿਆ ਗਿਆ ਆ ਵੀ ਉਹਦਾ ਅੱਗ ਹੀ ਜਿਹੜੀ ਲੱਗੀ ਆ, ਲੋਕ ਸੁਰੱਖਿਅਤ ਦੱਸੇ ਜਿਹੜੇ ਹੋ ਗਏ ਹੈਗੇ ਆ। ਸੋ ਇਹ ਹੁਣ ਚੀਜ਼ਾਂ ਜਿਹੜੀਆਂ ਆਪਣੇ ਸਾਹਮਣੇ ਆ ਰਹੀਆਂ ਹੈਗੀਆਂ ਆ। ਸੋ ਟਰੰਪ ਹੁਣਾਂ ਨੇ ਜਿਹੜਾ ਇਹ ਵੀ ਕਿਹਾ ਵੀ ਇਰਾਨ ਨੇ ਅਸੈਸੀਨੇਸ਼ਨ ਪਲਾਟ ਉਹਨਾਂ ਦੇ ਉਲਟ ਬਣਾਇਆ ਸੀਗਾ, ਤੇ ਪਰ ਇਰਾਨ ਨੇ ਉਸ ਨੂੰ ਨਕਾਰਿਆ ਸੀਗਾ ਵੀ ਨਹੀਂ, ਸਾਡਾ ਨਹੀਂ ਆ। ਅਮਰੀਕਨ ਇੰਟੈਲੀਜੈਂਸ ਨੇ ਇਰਾਨ ਦਾ ਜਿਹੜਾ ਉਸ ਦੇ ਵਿੱਚ ਨਾਮ ਲਾਇਆ ਸੀ, ਆਈ ਗਾਟ ਹਿਮ ਬਿਫੋਰ ਹੀ ਗਾਟ ਮੀ। ਇਹ ਉਹਨਾਂ ਨੇ ਜਿਹੜੀ ਖਾਮੇਨਾਈ ਦੀ ਜਿਹੜੀ ਮੌਤ ਤੋਂ ਬਾਅਦ ਦੇ ਵਿੱਚ ਉਸ ਨੂੰ ਮਾਰੇ ਜਾਣ ਤੋਂ ਬਾਅਦ ਦੇ ਵਿੱਚ ਇਹ ਬਿਆਨ ਟਰੰਪ ਹੋਣਾ ਨੇ ਦਿੱਤਾ ਹੈਗਾ। ਡਿਫੈਂਸ ਸਕੱਤਰ ਪੀਟ ਹੈਗਸੈਥ ਉਹ ਕਹਿ ਰਹੇ ਆ ਵੀ ਕਹਿੰਦੇ ਵੀ ਰਜੀਮ ਚੇਂਜ ਆਪਰੇਸ਼ਨ ਨਹੀਂ ਹੈਗਾ, ਤੇ ਪਰ ਟਰੰਪ ਹੋਣਾ ਨੇ ਇਰਾਨੀਅਨਸ ਨੂੰ ਗੁਹਾਰ ਲਾਈ ਆ ਵੀ ਤੁਸੀਂ ਕੰਟਰੋਲ ਕਰ ਲਓ ਆਪਣੀ ਡੈਸਟਨੀ, ਕਬਜ਼ਾ ਜਿਹੜਾ ਉਹ ਜਾ ਕੇ ਕਰ ਲਓ। ਮਾਰਕੋ ਰੂਬੀਓ ਹੋਣਾ ਨੇ ਕੱਲ ਕਿਹਾ ਸੀਗਾ, ਜਿਹੜੀ ਇੱਕ ਮਾਇਨੇ ਖੇਜ਼ ਗੱਲ ਜ਼ਿਆਦਾ ਆ, ਵੀ ਇਜ਼ਰਾਈਲ ਨੇ ਹਮਲਾ ਕਰਨਾ ਸੀਗਾ ਇਹਨਾਂ ਨੂੰ ਨਾਲ ਲਏ ਬਗੈਰ ਵੀ, ਇਸ ਲਈ ਅਮਰੀਕਾ ਨੇ ਪਹਿਲਾਂ ਜਿਹੜਾ ਹਮਲਾ ਇਰਾਨ ਦੇ ਉੱਤੇ ਜਿਹੜਾ ਉਹ ਕਰ ਦਿੱਤਾ ਵੀ ਉਹਨਾਂ ਨੂੰ ਪਤਾ ਵੀ ਇਰਾਨ ਨੇ ਰਿਟੈਲੀਏਟ ਇਸ ਪਾਸੇ ਵੱਲ ਨੂੰ ਜਿਹੜਾ ਉਹ ਕਰਨਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਅਸੀਂ ਬੈਠਣਾ ਨਹੀਂ ਸੀਗਾ, ਅਸੀਂ ਇਹ ਨਹੀਂ ਸੀਗਾ ਵੀ ਪਹਿਲੋਂ ਆ ਕੇ ਸਾਨੂੰ ਕੋਈ ਮਾਰੇ ਤੇ ਫਿਰ ਅਸੀਂ ਰਿਸਪੌਂਡ ਕਰੀਏ। ਸੋ ਇਸ ਲਈ ਪਹਿਲਾਂ ਹੀ ਇਹ ਹਮਲਾ ਜਿਹੜਾ ਉਹ ਕਰ ਦਿੱਤਾ, ਜਦ ਕਿ ਇਜ਼ਰਾਈਲ ਨੂੰ ਜਿਹੜਾ ਉਹ ਰੋਕਿਆ ਨਹੀਂ ਗਿਆ। ਇਜ਼ਰਾਈਲ ਤੋਂ ਪਹਿਲਾਂ ਅਮਰੀਕਾ ਨੇ ਜਿਹੜਾ ਉਹ ਹਮਲਾ ਕਰ ਦਿੱਤਾ, ਜਦ ਕਿ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀਗੀ। ਹੁਣ ਦੁਬਾਰਾ ਟਰੰਪ ਹੁਣਾਂ ਨੇ ਗੱਲਬਾਤ ਦੇ ਲਈ ਸੱਦਿਆ ਇਹਨਾਂ ਨੂੰ, ਤੇ ਉਹਨਾਂ ਨੇ ਨਕਾਰ ਦਿੱਤਾ। ਇਰਾਨ ਵਾਲਿਆਂ ਨੇ ਕਿਹਾ ਵੀ ਇਸ ਟਾਈਮ ਕੋਈ ਗੱਲਬਾਤ ਜਿਹੜੀ ਆ ਉਹ ਨਹੀਂ ਹੋਵੇਗੀ। ਇਰਾਨ ਵਾਲੇ ਜਿਹੜੇ ਦੱਸ ਰਹੇ ਵੀ ਹੁਣ ਤੱਕ 787 ਜਾਣਿਆਂ ਦੀ ਮੌਤ ਇਰਾਨ ਦੇ ਵਿੱਚ ਹੋ ਚੁੱਕੀ ਹੈ, ਜਿਨ੍ਹਾਂ 'ਚ 165 ਜਿਹੜੀਆਂ ਸਕੂਲ ਦੀਆਂ ਬੱਚੀਆਂ ਹੈਗੀਆਂ ਆ। ਸੋ ਮਾਰਕੋ ਰੂਬੀਓ ਹੁਣਾਂ ਨੂੰ ਕੱਲ ਉਸ ਦੇ ਉੱਤੇ ਕਾਫੀ ਤਿੱਖੇ ਸਵਾਲ ਪੁੱਛੇ ਗਏ ਸੀਗੇ, ਤੇ ਇਹ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ 'ਚੋਂ ਨਜ਼ਰ ਆ ਰਿਹਾ ਵੀ ਇਨਵੈਸਟੀਗੇਸ਼ਨ ਜਿਹੜੀ ਇਸ ਦੀ ਕੀਤੀ ਜਾਊਗੀ ਵੀ ਸਕੂਲ ਦੇ ਉੱਤੇ ਇਹ ਜਿਹੜਾ ਬੰਬ ਆ ਕਿੱਦਾਂ ਜਿਹੜਾ ਉਹ ਸੁੱਟਿਆ ਗਿਆ, ਜਿਸ ਦੇ ਵਿੱਚ ਇੰਨੀਆਂ ਬੱਚੀਆਂ ਜਿਹੜੀਆਂ ਉਹ ਮਾਰੀਆਂ ਜਿਹੜੀਆਂ ਹੋ ਗਈਆਂ ਆ। ਸੋ ਸਿਚੁਏਸ਼ਨ ਜਿਹੜੀ ਆ ਹਰਜੋਤ ਸਿੰਘ ਜੀ ਅਜੇ ਵੀ ਆਲੇ ਦੁਆਲੇ, ਖਾਸ ਕਰਕੇ ਜਿਹੜੇ ਖਾੜੀ ਦੇ ਮੁਲਕ ਨੇ ਆਲੇ ਦੁਆਲੇ, ਜਿਹੜਾ ਅਰਬ ਵਰਲਡ ਆ ਉਹਦੇ ਵਿੱਚ ਧਮਾਕੇ ਜਿਹੜੇ ਉਹ ਲਗਾਤਾਰ ਸੁਣੇ ਜਾ ਰਹੇ ਹੈਗੇ ਆ। ਯੂਕੇ ਦੇ ਪ੍ਰਾਈਮ ਮਿਨਿਸਟਰ ਉਸਨੇ ਆਪਣੇ ਸਟੈਂਡ ਦੇ ਵਿੱਚ ਥੋੜੀ ਤਬਦੀਲੀ ਕੀਤੀ ਹੈ। ਡਿਫੈਂਸਿਵ ਪਰਪਸਿਸ ਦੇ ਲਈ ਅਮਰੀਕਾ ਨੂੰ ਆਪਣੇ ਜਿਹੜੇ ਇਲਾਕੇ ਆ ਉਹ ਵਰਤਣ ਦੇ ਲਈ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਆ। ਯੂਕੇ ਨੇ ਆਪਣਾ ਇੱਕ ਡਿਸਟਰੋਇਰ ਹੈਲੀਕਾਪਟਰ ਉਹ ਸਾਈਪਰਸ ਦੇ ਵਿੱਚ
ਘੱਲੇ ਆ। ਸੋ ਈਰਾਨ ਦੇ ਹਮਲਿਆਂ ਤੋਂ ਬਾਅਦ 'ਚ ਜਦੋਂ ਉਹਨਾਂ ਨੇ ਖਾੜੀ ਦੇ ਵਿੱਚ ਹਰਜੋਤ ਸਿੰਘ ਜੀ ਵੱਖ-ਵੱਖ ਮੁਲਕਾਂ 'ਚ ਹਮਲੇ ਕੀਤੇ ਈਰਾਨ ਨੇ, ਤਾਂ ਅਮਰੀਕਾ ਨੇ ਆਪਣੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਕਹਿੰਦੇ ਆ ਵੀ ਸਾਈਪ੍ਰਸ ਵਾਲੇ ਪਾਸੇ ਜਿਹੜਾ ਉਹ ਲੈ ਗਏ ਆ। ਈਰਾਨ ਦਾ ਇੱਕ ਜਿਹੜਾ ਜਨਰਲ ਸੀਗਾ ਉਹ ਕਹਿ ਰਿਹਾ ਵੀ ਅਸੀਂ ਤਾਂ ਸਾਈਪ੍ਰਸ ਦੇ ਉੱਤੇ ਮਿਜ਼ਾਈਲਾਂ ਹੀ ਜਿਹੜੀਆਂ ਇੰਨੀਆਂ ਸਿੱਟ ਦੇਣੀਆਂ ਆ ਵੀ ਉਹਨਾਂ ਨੂੰ ਭੱਜਣ ਦਾ ਬਾਅਦ ਦੇ ਵਿੱਚ ਰਾਹ ਜਿਹੜਾ ਉਹ ਨਹੀਂ ਲੱਭਣਾ ਹੈਗਾ। ਪਰ ਯੂਕੇ ਨੇ ਆਪਣਾ ਜਿਹੜਾ ਇੱਕ ਡਿਸਟਰੋਇਰ ਤੇ ਜਿਹੜੇ ਹੈਲੀਕਾਪਟਰਸ ਆ ਉਹ ਹੁਣ ਸਾਈਪ੍ਰਸ ਦੇ ਵਿੱਚ ਘੱਲੇ ਹੈਗੇ ਆ। ਬ੍ਰਿਟਿਸ਼ ਦਾ ਇੱਕ ਮਿਲਟਰੀ ਪਰਸਨਲ ਬੇਸ ਜਿਹੜੇ ਆ ਉੱਥੇ ਮੌਜੂਦ ਹੈਗਾ ਆ। ਕਤਾਰੀ ਜਿਹੜੇ 에ਅਰ ਡਿਫੈਂਸ ਵਾਲੇ ਆ ਉਹਨਾਂ ਨੇ ਕਈ ਪ੍ਰੋਜੈਕਟਾਈਲਸ ਦੋਹਾ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਵੀ ਇੰਟਰਸੈਪਟ ਕੀਤੇ ਆ। ਇੱਕ ਜਿਹੜੀ ਚਿੰਤਾ ਜਿਹੜੀ ਇਸ ਟਾਈਮ ਉਹਨਾਂ ਮੁਲਕਾਂ ਨੂੰ ਇਹ ਸਤਾ ਰਹੀ ਆ ਵੀ ਜਿਹੜੇ ਇੰਟਰਸੈਪਟਰਸ ਮਿਜ਼ਾਈਲਸ ਆ ਉਹ ਤਕਰੀਬਨ ਇਹਨਾਂ ਦੀਆਂ ਖਤਮ ਹੋਣ ਵਾਲੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਆ। ਤੇ ਐਵਰੀ ਡੇ ਕਾਫੀ ਮਿਲੀਅਨਸ ਆਫ ਡਾਲਰ ਅਮਰੀਕਾ ਦੇ ਇੱਕ ਦਿਨ ਦੇ ਵਿੱਚ $780 ਮਿਲੀਅਨ ਦਾ ਜਿਹੜਾ ਖਰਚਾ ਪਹਿਲੇ ਦਿਨ ਦੀ ਜਿਹੜੀ ਅਟੈਕ ਆ ਉਸ ਦੇ ਵਿੱਚ ਆਇਆ ਹੈਗਾ ਆ। ਸੋ ਈਰਾਨ ਦੀਆਂ ਜਿਹੜੀਆਂ ਪ੍ਰੋਕਸੀਜ਼ ਆ, ਜਿਹੜੇ ਈਰਾਨ ਦੇ ਨਾਲ ਹਮਦਰਦੀ ਰੱਖਣ ਵਾਲੇ ਜਿਹੜੇ ਕੁਛ ਗਰੁੱਪ ਨੇ ਉਹਨਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਆ। ਕੱਲ ਈਰਾਨ ਦਾ ਜਿਹੜਾ ਡਿਪਟੀ ਫੋਰਨ ਮਿਨਿਸਟਰ ਸੀਗਾ ਉਹ ਇਹ ਬਿਆਨ ਦੇ ਰਹੇ ਸੀਗੇ, ਕਹਿੰਦੇ ਵੀ ਅਸੀਂ ਡੀਸੈਂਟਰਲਾਈਜ਼ਡ ਕਰ ਦਿੱਤਾ ਹੈ ਹਮਲਾ। ਇਹ ਨਹੀਂ ਆ ਵੀ ਸਾਡੇ ਇੱਥੋਂ ਹੀ ਇਹਨਾਂ ਨੂੰ ਹਦਾਇਤਾਂ ਜਿਹੜੀਆਂ ਜਾਣਗੀਆਂ ਤੇ ਫਿਰ ਉਹਨਾਂ ਨੇ ਹਮਲਾ ਕਰਨਾ ਆ। ਉਹਨਾਂ ਨੂੰ ਇੱਕ ਓਵਰਆਲ ਸਿਨਾਰੀਓ ਜਿਹੜੇ ਉਹ ਦਿੱਤੇ ਹੋਏ ਹੈਗੇ ਆ। ਸੋ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਇਹਨਾਂ ਦੇ ਵੱਖ-ਵੱਖ ਯੂਨਿਟ ਨੇ ਉਹ ਆਪਣੇ ਪੱਧਰ ਦੇ ਉੱਤੇ ਇਹਨਾਂ ਹਮਲਿਆਂ ਦੀ ਜਿਹੜੀ ਜਵਾਬੀ ਕਾਰਵਾਈ ਆ ਉਹ ਕਰ ਰਹੇ ਹੈਗੇ ਆ। ਚਾਹੇ ਉਹ ਯਮਨ ਦੇ ਹੁਦੀ ਨੇ, ਹਿਜ਼ਬੁੱਲਾ ਵਾਲੇ ਨੇ, ਤੇ ਚਾਹੇ ਇਰਾਕ ਦੇ ਵਿੱਚ ਜਿਹੜੇ ਕੁਛ ਆਰਮਡ ਗਰੁੱਪ ਨੇ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕਾਈਂਡ ਆਫ ਖੁੱਲ੍ਹ ਜਿਹੜੀ ਦਿੱਤੀ ਹੋਈ ਆ ਵੀ ਉਹ ਆਪਣੇ ਆਪ ਡੀਸੈਂਟਰਲਾਈਜ਼ ਤਰੀਕੇ ਦੇ ਨਾਲ ਇਹ ਹਮਲੇ ਜਿਹੜੇ ਉਹ ਕਰ ਜਿਹੜੇ ਹੋ ਸਕਣ। ਸੋ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ, ਪਰ ਕੌਨਫਲਿਕਟ ਹਾਲ ਦੀ ਘੜੀ ਵੱਧਦਾ ਹੀ ਨਜ਼ਰ ਆ ਰਿਹਾ ਹੈਗਾ ਆ। ਸੋ ਫਾਰ ਜੇ ਸਾਰੀ ਅਪਡੇਟ ਕਰਦੇ ਜਾਈਏ ਵੀ ਕੀ ਕੁਝ ਵਾਪਰ ਰਿਹਾ ਹੈਗਾ ਯੂਐਸ ਇਜ਼ਰਾਈਲੀ ਅਟੈਕ ਜੋ ਈਰਾਨ ਤੇ ਹੋਇਆ ਉਹਦੇ ਸੰਬੰਧ ਦੇ ਵਿੱਚ ਵਾਸ਼ਿੰਗਟਨ ਨੇ ਵਾਰਨਿੰਗ ਦਿੱਤੀ ਹੈ ਵੀ ਹਜੇ ਅਸੀਂ ਹਾਰਡਰ ਹਿੱਟਸ ਕਰਨੇ ਹੈਗੇ ਆ। ਤਹਿਰਾਨ ਨੇ ਜੋ ਸਟ੍ਰੇਟ ਆਫ ਹਾਰਮਜ਼ ਆ ਜੋ ਕਨਾਲ ਹੈਗੀ ਆ ਉਹ ਬੰਦ ਕਰ ਦਿੱਤੀ ਆ। ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀ ਤੇਲ ਦੀਆਂ ਕੀਮਤਾਂ ਵੱਧ ਗਈਆਂ ਆ। ਕਈ ਮੁਲਕਾਂ ਦੀ ਤਾਂ ਇਹ ਹਾਲਤ ਹੈ, ਇੰਡੀਆ ਵਰਗੇ ਦੀ, ਜੇ 25 ਦਿਨ ਬੰਦ ਰਹਿ ਗਿਆ ਕਹਿੰਦੇ ਉੱਥੇ ਤੇਲ ਖਤਮ ਹੋ ਜਾਣਾ ਹੈਗਾ ਆ। ਕਿਉਂਕਿ ਉਸ ਜਿਹੜੀ ਹੈਗੀ ਆ ਕਨਾਲ ਰਾਹੀਂ ਸਾਰਾ ਜਿਹੜਾ ਤੇਲ ਉਧਰ ਨੂੰ ਜਾਂਦਾ ਹੈਗਾ। ਸੋ ਮਿਡਲ ਈਸਟ ਦੇ ਵਿੱਚ ਇਹ ਜਿਹੜੀ ਲੜਾਈ ਆ ਹੁਣ ਕੱਲੀ ਈਰਾਨ ਤੋਂ ਬਾਅਦ ਬਾਕੀ ਮੁਲਕਾਂ ਦੇ ਵਿੱਚ ਵੀ ਤੇਜ਼ੀ ਦੇ ਨਾਲ ਫੈਲ ਗਈ ਆ। ਜਦੋਂ ਤੋਂ ਹੀ ਆਇਤੁੱਲਾ ਅਲੀ ਖਮੈਨੀ ਦੀ ਮੌਤ ਹੋਈ ਹੈਗੀ ਆ ਹੁਣ ਤੱਕ 700 ਦੇ ਕਰੀਬ ਈਰਾਨ 'ਚ ਲੋਕ ਮਾਰੇ ਜਾ ਚੁੱਕੇ ਹੈਗੇ ਆ। ਤਹਿਰਾਨ ਦੇ ਵਿੱਚ ਉਹਨਾਂ ਦਾ ਜਿਹੜਾ ਇਸਲਾਮਿਕ ਰਿਪਬਲਿਕ ਆਫ ਈਰਾਨ ਬ੍ਰੌਡਕਾਸਟਿੰਗ ਕੰਪਲੈਕਸ ਆ ਉਹ ਵੀ ਬੰਬ ਦੇ ਨਾਲ ਉਡਾ ਦਿੱਤਾ ਗਿਆ ਆ। ਉਹਨਾਂ ਦੇ ਜਿਹੜੀਆਂ ਹਿਸਟੋਰਿਕ ਗੋਲਸਟਨ ਪੈਲੇਸ ਆ ਤੇ ਯੂਨੈਸਕੋ ਵਰਲਡ ਹੈਰੀਟੇਜ ਸਾਈਟਸ ਆ ਉਹ ਵੀ ਬੰਬਾਂ ਦੇ ਨਾਲ ਉਡਾ ਦਿੱਤੇ ਗਏ ਹੈਗੇ ਆ। ਯੂਐਸ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਹਾਰਡੈਸਟ ਹਿੱਟ ਕਰਾਂਗੇ। ਟਰੰਪ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਸਾਡਾ ਆਬਜੈਕਟਿਵ ਪੂਰਾ ਨਹੀਂ ਹੁੰਦਾ ਈਰਾਨ ਦੇ ਉੱਤੇ ਅਟੈਕ ਇਦਾਂ ਹੀ ਚੱਲਦਾ ਰਹੂਗਾ। ਯੂਐਸ ਤੇ ਇਜ਼ਰਾਈਲ ਵਾਲੇ ਜਸਟੀਫਾਈ ਕਰ ਰਹੇ ਆ। ਯੂਐਸ ਡਿਫੈਂਸ ਸੈਕਟਰੀ ਪੀਟ ਹੈਕਸਰ ਨੇ ਡਿਫੈਂਡ ਕੀਤਾ ਸਟ੍ਰਾਈਕਸ ਨੂੰ। ਕਹਿੰਦੇ ਪਈ ਈਰਾਨ ਦੀ ਨੇਵੀ ਤੇ ਜਿਹੜਾ ਉਹਦੇ ਤੇ ਅਟੈਕ ਸੀ ਨਿਊਕਲੀਅਰ ਬਣਾ ਰਹੇ ਸੀ ਜੋ ਆਪਾਂ ਪਿਛਲੇ ਸਮੇਂ ਦੇ ਵਿੱਚ ਡਿਸਕਸ ਕਰ ਚੁੱਕੇ ਹੈਗੇ ਆ। ਈਰਾਨ ਦਾ ਰੈਵੋਲੂਸ਼ਨਰੀ ਗਾਰਡ ਕੋਰਪਸ ਉਹਨਾਂ ਨੇ ਸਟੇਟ ਆਫ ਹਾਰਮਜ਼ ਨੂੰ ਕਲੋਜ਼ ਡਿਕਲੇਅਰ ਕਰ ਦਿੱਤਾ ਹੈਗਾ। ਕਹਿੰਦੇ ਵੀ ਕੋਈ ਵੀ ਵੈਸਲ ਉੱਥੋਂ ਲੰਘੂਗਾ ਉਹਨੂੰ ਅੱਗ ਲਾ ਦਿੱਤੀ ਜਾਊਗੀ। ਸੋ ਫਾਰ 787 ਲੋਕਾਂ ਦੀ ਈਰਾਨ ਦੇ ਵਿੱਚ ਮੌਤ ਹੋ ਚੁੱਕੀ ਹੈ ਜਿਹਦੇ ਵਿੱਚੋਂ 165 ਬੱਚੀਆਂ ਇੱਕ ਸਕੂਲ ਦੇ ਵਿੱਚ ਸੀ ਜਿੱਥੇ ਬੰਬ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਉੱਥੇ ਦਾ ਮੇਨ ਲੀਡਰ ਜਿਹੜਾ ਸੁਪਰੀਮ ਲੀਡਰ ਖਮੈਨੀ ਆ ਉਹਦੀ ਜਿਹੜੀ ਮੌਤ ਆ ਉਹ ਵੀ ਹੋ ਚੁੱਕੀ ਹੈਗੀ ਆ। ਗਲਫ ਨੇਸ਼ਨਸ ਦੇ ਵਿੱਚ ਕਤਰ ਜੋ ਮੁਲਕ ਹੈਗਾ ਆ ਉੱਥੇ ਵੀ ਮਿਲਟਰੀ ਸਪਿਲਓਵਰ ਹੋਇਆ। ਉੱਥੇ ਉਹਨਾਂ ਦੇ ਜੋ ਦਰਜਨ ਦੇ ਕਰੀਬ ਕਹਿੰਦੇ ਇਰਾਨੀਅਨ ਬਲਿਸਟਿਕ ਮਿਸਲ ਤੇ ਡਰੋਨ ਵੀ ਡਿੱਗੇ ਹੈਗੇ ਆ। ਈਰਾਨ ਵਾਲਿਆਂ ਨੇ ਵੀ ਉੱਥੇ ਜਿਹੜਾ ਅਟੈਕ ਕੀਤਾ ਹੈਗਾ। ਕੁਵੈਤ ਦੇ ਵਿੱਚ 3 ਯੂਐਸ ਫਾਈਟਰ ਜੈਟਸ ਕ੍ਰੈਸ਼ ਹੋ ਗਏ। ਉਹ ਕੁਵੈਤ ਵੱਲੋਂ ਬਾਈ ਮਿਸਟੇਕ ਹੀ ਜਿਹੜੇ ਕ੍ਰੈਸ਼ ਹੋਏ ਹੈਗੇ ਆ। ਸਾਊਦੀ ਅਰੇਬੀਆ ਨੇ 8 ਦੇ ਕਰੀਬ ਡਰੋਨ ਜਿਹੜੇ ਆ ਰਿਆਦ ਦੇ ਵਿੱਚ ਇੰਟਰਸੈਪਟ ਕੀਤੇ ਹੈਗੇ ਆ। ਉੱਥੇ ਵੀ ਨੁਕਸਾਨ ਹੋਇਆ ਹੈਗਾ। ਯੂਐਸ ਸਟੇਟ ਡਿਪਾਰਟਮੈਂਟ ਨੇ 14 ਦੇ ਕਰੀਬ ਮੁਲਕਾਂ ਨੂੰ ਵਾਈਡ ਸਪਰੈਡ ਇਵੈਕੂਏਸ਼ਨ ਕਰਨ ਲਈ ਕਿਹਾ ਹੈਗਾ ਜਿਨ੍ਹਾਂ ਦੇ ਵਿੱਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰੇਬੀਆ, ਯੂਏਈ ਵਰਗੇ ਮੁਲਕ ਆ।
ਪਰ ਇੱਥੇ ਜਿਹੜੇ ਟੈਡ ਲਿਊ ਆ ਕਾਂਗਰਸਮੈਨ, ਉਹਨਾਂ ਨੇ ਇਹ ਕਿਹਾ ਵੀ ਜੋ ਮਾਰਕੋ ਰੂਬੀਓ ਆ ਇਹਨਾਂ ਨੂੰ ਪਹਿਲਾਂ ਪਲਾਨ ਕਰਨੀ ਚਾਹੀਦੀ ਸੀ। ਜਦ ਤੁਹਾਨੂੰ ਪਤਾ ਸੀ ਵੀ ਤੁਸੀਂ ਅਟੈਕ ਕਰਨਾ ਆ ਤੇ ਜਿਹੜੇ ਅਮਰੀਕਨ ਸਿਟੀਜ਼ਨ ਆ ਉਹਨਾਂ ਨੂੰ ਤੁਸੀਂ ਕਿੱਦਾਂ ਕੱਢਣਾ ਆ, ਵੀ ਜਦੋਂ ਅੱਗੇ ਵੀ ਜੰਗਾਂ ਲੱਗਦੀਆਂ ਪਹਿਲਾਂ ਤਿਆਰੀ ਹੁੰਦੀ ਆ ਵੀ ਕਿੱਦਾਂ ਤੁਸੀਂ ਕੱਢਣਾ। ਉਹ ਕਹਿੰਦੇ ਜੀ ਕਮਰਸ਼ੀਅਲ ਫਲਾਈਟ ਲੈ ਕੇ ਆ ਜਾਣ, ਸਾਰਾ ਕੁਝ ਤਾਂ ਬੰਦ ਆ, ਉਹ ਨਿਕਲਣ ਕਿੱਥੋਂ। ਸੋ ਇਹ ਜੋ ਕਾਂਗਰਸ ਦੇ ਵਿੱਚ ਕਾਫੀ ਜਿਹੜਾ ਆ ਜਿਹੜੇ ਲੋਕ ਆ ਉਹ ਅਪਸੈਟ ਵੀ ਹੈਗੇ ਇਸ ਗੱਲੋਂ ਵੀ ਇਹ ਵੀ ਹੋ ਰਿਹਾ। ਹਾਲਾਂਕਿ ਯੂਏਈ ਨੇ ਕੁਝ ਕੁ ਫਲਾਈਟਸ ਜਿਹੜੀਆਂ ਆ ਉਹ ਲਿਮਟਿਡ ਫਲਾਈਟਸ ਚਾਲੂ ਕੀਤੀਆਂ ਹੈਗੀਆਂ ਆ। ਇਰਾਨੀਅਨ ਰਿਟੈਲੀਏਸ਼ਨ ਕਹਿੰਦੇ ਵੀ ਅਸੀਂ ਕਰ ਰਹੇ ਹਾਂ ਇਜ਼ਰਾਈਲ ਦੇ ਅਗੇਂਸਟ। ਇਜ਼ਰਾਈਲ ਨੇ ਦੋ ਡਰੋਨ ਜੋ ਸੀ ਉਹਨਾਂ ਨੂੰ ਇੰਟਰਸੈਪਟ ਕੀਤਾ ਹੈਗਾ। ਨੇਤਨਿਆਹੂ ਵਾਰ-ਵਾਰ ਕਹਿ ਰਿਹਾ ਵੀ ਜਿਹੜਾ ਅਸੀਂ ਮਿਲਟਰੀ ਐਕਸ਼ਨ ਇਰਾਨ ਦੇ ਵਿੱਚ ਕੀਤਾ ਆ ਉਹ ਅਸੀਂ ਜਿਹੜੀ ਆਉਣ ਵਾਲੀ ਥ੍ਰੈਟ ਸੀ ਲੰਮੇ ਸਮੇਂ ਲਈ ਉਹਨੂੰ ਪੂਰੀ ਤਰ੍ਹਾਂ ਖਤਮ ਕਰਨ ਜਾ ਰਹੇ ਹੈਗੇ ਆ। ਇਵੈਕੂਏਸ਼ਨ ਵਾਰਨਿੰਗ ਦੇ ਸੰਬੰਧ ਦੇ ਵਿੱਚ ਯੂਐਸ ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਵੀ ਇਮੀਡੀਏਟਲੀ ਡਿਪਾਰਟ ਕਰੋ ਮਿਡਲ ਈਸਟ ਚੋਂ, ਜਿਹੜਾ ਮਰਜ਼ੀ ਤੁਹਾਨੂੰ ਰਸਤਾ ਮਿਲਦਾ ਹੈਗਾ, ਕਿਉਂਕਿ ਸੀਰੀਅਸ ਰਿਸਕ ਹੈਗਾ। ਲੈਬਨਾਨ ਤੇ ਜਾਰਡਨ ਦੇ ਵਿੱਚ ਵੀ ਜਿਹੜਾ ਆ ਇਹਦਾ ਅਸਰ ਦੇਖਣ ਨੂੰ ਮਿਲਿਆ ਹੈਗਾ ਆ। ਯੂਐਸ ਅੰਬੈਸੀ ਜਾਰਡਨ ਦੇ ਵਿੱਚੋਂ ਇਵੈਕੂਏਟ ਕਰ ਦਿੱਤੀ ਗਈ ਹੈਗੀ ਆ। ਜਿਹੜੀ ਅਮਾਨ ਦੇ ਵਿੱਚ ਇਹ ਅੰਬੈਸੀ ਸੀਗੀ। ਲੈਬਨਾਨ ਦੇ ਵਿੱਚ ਵੀ ਇਜ਼ਰਾਈਲੀ ਮਿਨਿਸਟਰੀ ਨੇ ਇਹ ਕਿਹਾ ਵੀ 59 ਏਰੀਆਜ਼ ਜਿਹੜੇ ਆ ਉੱਥੋਂ ਇਵੈਕੂਏਟ ਹੋ ਜਾਓ, ਉੱਥੇ ਹੋਰ ਅਟੈਕ ਹੋ ਸਕਦਾ ਹੈ। ਸੋ ਇਹ ਜਿਹੜੀ ਆਪਾਂ ਦੇਖਦੇ ਹਾਂ ਲੜਾਈ ਇਹ ਪੂਰੇ ਮਿਡਲ ਈਸਟ ਦੇ ਵਿੱਚ ਫੈਲਦੀ ਜਾ ਰਹੀ ਹੈਗੀ ਆ। ਇਜ਼ਰਾਈਲ ਜਿਹੜਾ ਆ ਹੁਣ ਟਰਕੀ ਦੇ ਉੱਤੇ ਨਿਸ਼ਾਨਾ ਸਾਧੀ ਬੈਠਾ ਆ। ਟਰਕੀ ਇਜ਼ ਦ ਨਿਊ ਇਰਾਨ। ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਸਾਬਕਾ ਨਫਤਾਲੀ ਬੈਨਟ, ਉਸਨੇ ਇਹ ਜਿਹੜਾ ਉਹ ਕਿਹਾ ਸੀਗਾ ਨਾਟੋ ਦਾ ਮੈਂਬਰ ਆ ਟਰਕੀ ਵਾਲਾ। ਜਾਗੋ ਚੱਲ ਕੀ ਜਿਹੜਾ ਹੋ ਰਿਹਾ ਆ ਇਜ਼ਰਾਈਲ ਦਾ ਮੁੱਖ ਮੁੱਦਾ ਇਹੀ ਆ, ਉਦੇਸ਼ ਜਿਹੜਾ ਉਹ ਮੰਨਿਆ ਜਾ ਰਿਹਾ ਵੀ ਗ੍ਰੇਟਰ ਇਜ਼ਰਾਈਲ ਦੇ ਵਿੱਚ ਅਰਬ ਦੇ ਉਹ ਮੁਲਕ ਜਿਹੜੇ ਉਸਦੇ ਇਰਦ ਗਿਰਦ ਆਉਂਦੇ ਆ ਵੀ ਉਸਨੂੰ ਆਪਣੇ ਕੰਟਰੋਲ ਦੇ ਵਿੱਚ ਲੈਣਾ। ਥੋੜੇ ਦਿਨ ਪਹਿਲਾਂ ਮਾਈਕ ਹਕਬੀ ਦੀ ਇੰਟਰਵਿਊ ਕਰ ਰਿਹਾ ਸੀ ਟੱਕਰ ਕਾਲਸਨ, ਉਸਨੇ ਵੀ ਇਹੀ ਚੀਜ਼ ਨੂੰ ਜਿਹੜੀ ਉਹ ਪ੍ਰੋੜਤਾ ਕੀਤੀ ਸੀ, ਇਹੀ ਗੱਲ ਨੂੰ ਜਿਹੜਾ ਉਹ ਦੱਸਿਆ ਸੀਗਾ। ਸੋ ਇਸ ਮੌਕੇ ਜਿਹੜੇ ਸਾਡਾ ਪ੍ਰੈਜ਼ੀਡੈਂਟ ਆਫ ਪੀਸ, ਬੋਰਡ ਆਫ ਪੀਸ ਬਣਾਉਣ ਵਾਲੇ ਤੇ ਲੜਾਈ ਜਿਹੜੀ ਆ ਉਹ ਉਹਨਾਂ ਨੇ ਛੇੜ ਦਿੱਤੀ ਆ। ਨੋਬਲ ਪੀਸ ਪ੍ਰਾਈਜ਼ ਜਿਹੜੇ ਉਹ ਲਾਲਚ ਉਹਨਾਂ ਨੂੰ ਸੀਗੀ, ਕਹਿੰਦੇ ਵੀ ਸ਼ਾਇਦ ਮਿਲਣਾ ਨਹੀਂ, ਤਾਂ ਹੁਣ ਆਪਾਂ ਲੜਾਈ ਲਾ ਕੇ ਵੇਖ ਲੈਂਦੇ ਆ। ਹੁਣ ਇੱਕ ਰਿਪੋਰਟ ਇਹ ਆ ਰਹੀ ਆ, ਜਾਂ ਕਹਿ ਲਓ ਵੀ ਨਜ਼ਲਾ ਜਿਹੜਾ JD ਵੈਂਸ ਦੇ ਉੱਤੇ ਵੀ ਝਾੜ ਹੋ ਰਿਹਾ ਆ। ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਸਵੇ ਕੀਤਾ ਵੱਡਾ ਅਟੈਕ ਕਰਨ ਦੇ ਲਈ JD ਵੈਂਸ ਨੂੰ, ਵੀ ਇਰਾਨੀਅਨ ਸਰਕਾਰ ਨੂੰ ਜਿਹੜਾ ਆਪਾਂ ਟੋਪਲ ਕਰਨਾ ਆ। ਕੁਝ ਵੀ ਮਹੀਨੇ ਪਹਿਲਾਂ ਜਿਹੜਾ ਟੈਡ ਕਰੂਜ਼ ਆ ਉਸ ਦੀ ਇੰਟਰਵਿਊ ਆਈ ਸੀਗੀ, ਜਿਸ ਦੇ ਵਿੱਚ ਉਸਨੂੰ ਉਹ ਇੰਟਰਵਿਊ ਦੇ ਵਿੱਚ ਇਹ ਪਤਾ ਲੱਗਦਾ ਸੀਗਾ ਵੀ ਟੈਡ ਕਰੂਜ਼ ਨੂੰ ਪਤਾ ਨਹੀਂ ਆ ਇਰਾਨ ਦੇ ਬਾਬਤ ਕੀ ਆ, ਤੇ ਪਰ ਉਹ ਰਜੀਮ ਚੇਂਜ ਜਿਹੜੀ ਉਹ ਕਰਨਾ ਪਾਪੂਲੇਸ਼ਨ ਨੂੰ ਨਹੀਂ ਪਤਾ ਸੀ, ਪਾਪੂਲੇਸ਼ਨ ਨੂੰ ਨਹੀਂ ਪਤਾ ਸੀਗੀ ਵੀ ਕੀ ਉਹਨਾਂ ਦਾ ਐਥਨਿਕ ਕਿਹੜੇ ਲੋਕ ਨੇ, ਕਿੱਦਾਂ ਦੇ ਲੋਕ ਉੱਥੇ ਕਿਹੜੀ ਐਥਨੀਸਿਟੀ ਵਾਲੇ ਰਹਿੰਦੇ ਆ, ਉਹਦੇ ਬਾਰੇ ਵੀ ਕੁਝ ਜਿਹੜਾ ਉਹ ਨਹੀਂ ਸੀ ਪਤਾ। ਸੋ ਧੱਕੇ ਦੇ ਨਾਲ ਅਮਰੀਕੀਆਂ ਨੂੰ ਮਰਨ ਦੇ ਲਈ ਜਿਹੜਾ ਆ ਉਸ ਪਾਸੇ ਵੱਲ ਨੂੰ ਹੁਣ ਧੱਕ ਜਿਹੜਾ ਉਹ ਹੋ ਰਿਹਾ ਆ। ਸੋ ਲੜਾਈ ਜਿਹੜੀ ਆ ਉਹ ਲਗਵਾ ਦਿੱਤੀ ਗਈ ਆ। ਇਹ ਆਲੇ ਦੁਆਲੇ ਨੇਤਨਿਆਹੂ ਤੇ ਉਸਦੇ ਜਿਹੜੇ ਕਰੋਨੀਜ਼ ਜਿੱਦਾਂ ਕਹਿੰਦੇ ਆ, ਸ਼ਬਦ ਵਰਤਿਆ ਜਾਂਦਾ ਅਕਸਰ, ਵੀ ਉਹਨਾਂ ਦੇ ਦੁਆਰਾ ਇਹ ਜਿਹੜਾ ਅਟੈਕ ਆ ਉਸ ਦਾ ਪ੍ਰਭਾਵ ਪਾ ਕੇ ਟਰੰਪ ਹੁਣਾਂ ਤੋਂ ਕਰਾਤਾ। ਪਰ ਹੁਣ ਟਰੰਪ ਹੁਣਾਂ ਨੂੰ ਵੀ ਆਪ ਵੀ ਸਮਝ ਬੂਝ ਜਿਹੜੀ ਉਹ ਚਾਹੀਦੀ ਆ। ਆਪਣੇ ਆਪ ਨੂੰ ਜਿਸ ਤਰੀਕੇ ਦੇ ਨਾਲ ਉਹ ਪੇਸ਼ ਕਰਦੇ ਆ ਵੀ ਸਾਰਾ ਕੁਝ ਉਹ ਕਰਦੇ ਆ, ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਕੀ ਇਸ ਪਾਸੇ ਵੱਲ ਨੂੰ ਕਰ ਰਿਹਾ, ਕੀ ਇਹਦੇ ਵਿੱਚ ਵਾਕਈ ਅਮਰੀਕਨ ਫਸਟ ਵਾਲੀ ਚੀਜ਼ਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਆ। ਨਾਲੇ ਤੁਸੀਂ 150 ਤੋਂ ਵੱਧ ਬੱਚੀਆਂ ਮਾਰਤੀਆਂ ਉੱਥੇ। ਗੱਲਾਂ ਤੁਸੀਂ ਕਰਦੇ ਆ ਵੀ ਪ੍ਰੋਟੈਸਟਰਸ ਨੂੰ ਬਚਾਉਣਾ ਆ, ਤੇ ਸਕੂਲੀ ਬੱਚੀਆਂ ਜਿਹੜੀਆਂ ਨਾਲ ਤੁਸੀਂ ਮਾਰੀ ਜਾ ਰਹੇ ਹੋ। ਵੀ ਇਹ ਚੱਲ ਜਿਹੜਾ ਇਸ ਟਾਈਮ ਕੀ ਰਿਹਾ ਆ। ਨਿਊਕਲੀਅਰ ਜਿਹੜੇ ਇਹਨਾਂ ਦੇ ਅੱਡੇ ਆ ਉਹ ਤੁਸੀਂ 6 ਮਹੀਨੇ ਪਹਿਲਾਂ ਕਹਿੰਦੇ ਵੀ ਸਾਰੇ ਖਤਮ ਕਰਤੇ ਆ, ਹੁਣ ਏਡੀ ਜਲਦੀ ਉਹਨਾਂ ਨੇ ਬਣਾ ਵੀ ਜਿਹੜਾ ਉਹ ਲਿਆ ਆ। ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ। ਉਦਾਂ ਜਿਹੜੇ ਵਿਟਕਾਫ ਆ ਉਹਨਾਂ ਨੇ ਅੱਜ ਇਹ ਇੱਕ ਬਿਆਨ ਦਿੱਤਾ ਸੀਗਾ, ਕਹਿੰਦਾ ਮੀਟਿੰਗਸ ਦੇ ਵਿੱਚ ਇਰਾਨ ਕਹਿ ਰਿਹਾ ਸੀਗਾ ਵੀ ਸਾਡੇ ਕੋਲ 60% ਐਨਰਿਚਡ ਯੂਰੇਨੀਅਮ ਜਿਹੜਾ ਉਹ ਪਿਆ ਹੈਗਾ ਆ। ਸੋ ਹੁਣ ਕਿਸੇ ਨਾ ਕਿਸੇ ਤਰੀਕੇ ਇਸ ਲੜਾਈ ਨੂੰ, ਇਸ ਹਮਲੇ ਨੂੰ ਜਾਇਜ਼ ਠਹਿਰਾਉਣ ਦੇ ਲਈ ਹਰ ਇੱਕ ਤਰੀਕੇ ਦੇ ਜਿਹੜੇ ਬਿਆਨ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲਣਗੇ। ਸੋ ਟਰੰਪ ਹੁਣਾਂ ਨੇ ਹੁਣ ਇਹ ਬਿਆਨ ਦਿੱਤਾ, ਕਹਿੰਦੇ ਵੀ ਆਈ ਮਾਈਟ ਹੈਵ ਫੋਰਸਡ ਇਜ਼ਰਾਈਲਸ ਹੈਂਡ ਔਨ ਅਟੈਕਿੰਗ ਇਰਾਨ। ਇਹ ਕਹਿ ਰਿਹਾ ਵੀ ਮੈਂ ਸ਼ਾਇਦ ਉਹਨਾਂ ਦੇ ਥਰੂ ਕਰਾਇਆ। ਮਾਰਕੋ ਰੂਬੀਓ ਦਾ ਬਿਆਨ ਇਸ ਤੋਂ ਉਲਟ ਜਿਹੜਾ ਉਹ ਸਾਹਮਣੇ ਆ ਰਿਹਾ ਸੀਗਾ। ਸੋ ਟਰੰਪ ਹੁਣਾਂ ਨੇ ਕਿਹਾ ਵੀ ਇਰਾਨ ਨੇ ਕਿਹਾ ਵੀ
ਕੋਈ ਈਰਾਨ ਦੇ ਵਿੱਚ ਜਿਹੜਾ ਯੂਐਸ ਇਜ਼ਰਾਈਲ ਵਾਰ ਤੋਂ ਬਾਅਦ ਦੇ ਵਿੱਚ ਕੋਈ ਲੀਡ ਕਰਨ ਵਾਲਾ ਬੰਦਾ ਜਿਹੜਾ ਉਹਨਾਂ ਨੂੰ ਚਾਹੀਦਾ ਆ। ਇਹ ਪਹਿਲੋਂ ਲੜਾਈ ਤੋਂ ਬਾਅਦ ਦੀਆਂ ਗੱਲਾਂ ਆਲਰੇਡੀ ਜਿਹੜੀਆਂ ਅਸੀਂ ਸ਼ੁਰੂ ਕਰ ਦਿੱਤੀਆਂ, ਪਰ ਅਜੇ ਲੜਾਈ ਮੁੱਕੀ ਨਹੀਂ। ਅਜੇ ਕੱਲ ਜਿਹੜੇ ਈਰਾਨ ਵਾਲੇ ਉਹ ਆਪਣੀਆਂ ਵੀਡੀਓ ਉੱਥੇ ਚਾੜ ਰਹੇ ਸੀਗੇ ਵੀ ਸਾਡੇ ਕੋਲ ਤਾਂ ਜਿਹੜੇ ਡਰੋਨ ਹੀ ਇੰਨੇ ਜ਼ਿਆਦਾ ਜਿਹੜੇ ਪਏ ਆ, ਜਿਹੜਾ ਇਹਨਾਂ ਦਾ ਸ਼ਹੀਦ ਡਰੋਨ ਕਰਕੇ ਆ, ਵੀ ਇੰਨੇ ਕੁ ਜ਼ਿਆਦਾ ਉਹਨਾਂ ਨੇ ਬੰਕਰਾਂ ਦੇ ਵਿੱਚ ਰੱਖੇ ਹੋਏ ਆ ਵੀ ਅਸੀਂ ਕਹਿੰਦੇ ਵੀ ਕਈ ਮਹੀਨੇ ਇਸ ਦੇ ਵਿੱਚ ਲਾਸਟ ਕਰ ਸਕਦੇ ਆ। ਈਰਾਨ ਦੀਆਂ ਕਈ ਜਿਹੜੀਆਂ ਮਿਜ਼ਾਈਲਸ ਆ ਆਇਰਨ ਡੋਮ ਨੂੰ ਭੇਜਦੀਆਂ ਹੋਈਆਂ ਇਜ਼ਰਾਈਲ ਦੇ ਵਿੱਚ, ਜੈਰੂਸਲਮ ਦੇ ਇਲਾਕੇ ਦੇ ਵਿੱਚ ਕਈ ਥਾਵਾਂ ਤੇ ਉਸਨੇ ਜਿਹੜਾ ਉਹ ਹਿੱਟ ਵੀ ਜਿਹੜਾ ਉਹ ਕੀਤਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਲਾਸਟ ਵਾਰੀ ਵੀ ਜਿਹੜੀ 12 ਦਿਨ ਦੀ ਲੜਾਈ ਹੋਈ ਸੀ ਹਰਜੋਤ ਸਿੰਘ ਜੀ, 12 ਡੇ ਵਾਰ, ਉਹਦੇ ਵਿੱਚ ਵੀ ਆਪਾਂ ਇਹੀ ਨੋਟ ਕੀਤਾ ਸੀਗਾ, ਜਿਹੜੇ ਸਾਰੇ ਵਿਸ਼ਲੇਸ਼ਕ ਸੀਗੇ ਉਹਨਾਂ ਨੇ ਇਵੈਂਚੁਅਲੀ ਇਹੀ ਜਿਹੜਾ ਉਹ ਦੱਸਿਆ ਸੀਗਾ ਐਨਾਲਿਸਿਸ ਕਰਨ ਵਾਲੇ, ਵੀ ਉਹਨਾਂ ਨੇ ਪਹਿਲਾਂ ਆਪਣੇ ਜਿਹੜੀਆਂ ਕਹਿ ਲਓ ਵੀ ਇਦਾਂ ਦੇ ਡਰੋਨ ਜਾਂ ਇਦਾਂ ਦੀਆਂ ਮਿਜ਼ਾਈਲਸ ਘੱਲੀਆਂ ਜਿਹਦੇ ਨਾਲ ਇਹਨਾਂ ਦੇ ਇੰਟਰਸੈਪਟਰਸ ਜਿਹੜੇ ਉਹ ਉਹਨਾਂ ਦੀਆਂ ਇੰਟਰਸੈਪਟਰ ਮਿਜ਼ਾਈਲਸ ਆ ਉਹ ਖਤਮ ਹੋ ਜਾਣ, ਤੇ ਬਾਅਦ ਦੇ ਵਿੱਚ ਇਹਨਾਂ ਨੇ ਆਪਣੀਆਂ ਬਲਿਸਟਿਕ ਮਿਜ਼ਾਈਲ ਦੇ ਨਾਲ ਹਮਲੇ ਕੀਤੇ, ਜਿਸ ਤੋਂ ਬਾਅਦ ਚ ਇਜ਼ਰਾਈਲ ਦੇ ਕਈ ਇਲਾਕਿਆਂ ਦੇ ਵਿੱਚ ਨੁਕਸਾਨ ਵੀ ਜਿਹੜਾ ਉਹ ਪਹੁੰਚਿਆ ਸੀਗਾ। ਸੋ ਹੁਣ ਅੱਗੇ ਕੀ ਬਣਨ ਜਾ ਰਿਹਾ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਜਿਹੜਾ ਉਹ ਲੱਗੂਗਾ। ਈਰਾਨ ਦੇ ਵਿੱਚ ਜਿਹੜਾ ਕਰਾਊਨ ਪ੍ਰਿੰਸ ਰਜ਼ਾ ਪਹਿਲਾਵੀ ਸ਼ਾਹ ਦਾ ਜਿਹੜਾ ਮੁੰਡਾ ਸੀਗਾ, ਜਿਹੜਾ ਪਿਛਲੇ 50 ਸਾਲ ਤੋਂ ਬਾਹਰ ਰਹਿ ਰਿਹਾ, ਮੁਲਕ ਤੋਂ ਬਾਹਰ ਆ, ਅਮਰੀਕਾ 'ਚ। ਹਾਂਜੀ ਸ਼ਾਇਦ ਫਰਾਂਸ ਦੇ ਵਿੱਚ ਸੀਗਾ ਜਾਂ ਅਮਰੀਕਾ 'ਚ ਵੀ ਹੋ ਸਕਦਾ, ਤੇ ਉਹਦੇ ਨਾਂ ਨੂੰ ਲੈ ਕੇ ਟਰੰਪ ਉਹਨਾਂ ਨੇ ਕੋਈ ਬਾੜੀ ਹਾਮੀ ਨਹੀਂ ਜਿਹੜੀ ਉਹ ਭਰੀ। ਉਹਦੀ ਥੋੜੇ ਦਿਨ ਸੇਮ ਹੀ ਆ ਜਿੱਦਾਂ ਵੈਨਜ਼ੂਏਲਾ ਦੇ ਵਿੱਚ ਜਿਹੜੀ ਆਪੋਜੀਸ਼ਨ ਲੀਡਰ ਸੀ, ਜਿਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ, ਤੇ ਉਹ ਸਾਰਿਆਂ ਨੂੰ ਆਸਾਂ ਸੀਆਂ ਵੀ ਜੀ ਉਹ ਟੇਕ ਓਵਰ ਕਰੂਗੀ, ਤੇ ਮੁੜ ਕੇ ਟਰੰਪ ਉਹਨਾਂ ਨੇ ਕਹਿਤਾ ਵੀ ਨਹੀਂ ਇਹ ਇਦਾਂ ਉਹਨਾਂ ਦਾ ਸੂਤ ਨਹੀਂ ਆਣਾ। ਹੁਣ ਸੇਮ ਹੀ ਉਹ ਜਿਹੜਾ ਰਾਜਾ ਆ ਉਹ ਤਾਂ ਕਈ ਦਿਨਾਂ ਦਾ ਟੀਵੀ ਦੇ ਉੱਤੇ ਰੈਡੀ ਆ ਵੀ ਮੇਰੇ ਨਾਲ ਪੂਰੀ ਦੁਨੀਆ ਹੈਗੀ ਈਰਾਨ ਦੀ, ਤੇ ਉਹ ਹੁਣ ਟਰੰਪ ਉਹਨਾਂ ਨੇ ਕਹਿਤਾ ਵੀ ਨਹੀਂ ਇਹ ਕਿੱਦਾਂ ਟੇਕ ਓਵਰ ਕਰ ਲਊਗਾ, ਇਹਦੇ ਨਾਲ ਤਾਂ ਕੋਈ ਬੰਦਾ ਹੀ ਨਹੀਂ ਉੱਤੇ। ਸੋ ਇਹ ਕਹਿੰਦੇ ਵੀ ਹੁਣ ਪਤਾ ਨਹੀਂ ਕੀ ਹੋਣਾ ਆ। ਜਰਮਨ ਦੇ ਲੀਡ ਚਾਂਸਲਰ ਫਰੈਡਰਿਚ ਮਰਜ਼ ਦੇ ਨਾਲ ਜਦੋਂ ਉਹ ਗੱਲਬਾਤ ਕਰ ਰਹੇ ਸੀਗੇ। ਸੋ ਇਹ ਜਿਹੜੀ ਸਿਚੁਏਸ਼ਨ ਆ ਈਰਾਨ ਦੇ ਵਿੱਚ ਜਿਹੜੀ ਕਾਫੀ ਬੈਡ ਚੱਲ ਰਹੀ ਹੈਗੀ ਇਸ ਟਾਈਮ ਜੀ। 3 ਜਿਹੜੀਆਂ ਐਮਬੈਸੀਜ਼ ਹਰਜੋਤ ਸਿੰਘ ਜੀ ਈਰਾਨ ਦੇ ਹਮਲੇ ਤੋਂ ਬਾਅਦ ਚ ਅਮਰੀਕਾ ਨੇ ਉਹ ਬੰਦ ਕਰ ਦਿੱਤੀਆਂ। ਰਿਆਦ ਦੇ ਵਿੱਚ, ਕੁਵੈਤ ਜਿਹੜੀ ਆ ਸਿਟੀ ਆ ਉਸ ਦੇ ਵਿੱਚ ਵੀ ਇਹਨਾਂ ਨੇ ਆਪਣੀ ਬੰਦ ਕਰ ਦਿੱਤੀ, ਤੇ ਲੈਬਨਾਨ ਦੇ ਵਿੱਚ ਵੀ ਜਿਹੜੀਆਂ ਆਪਣੀਆਂ ਐਮਬੈਸੀਜ਼ ਆ ਉਹ ਬੰਦ ਕਰ ਦਿੱਤੀਆਂ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਦਰਜਨ ਤੋਂ ਵੱਧ ਮੁਲਕਾਂ ਵਾਲਿਆਂ ਨੂੰ ਆਖਿਆ ਵੀ ਆ ਜਾਓ। ਹੁਣ ਇਹ ਕਿਹੜੀਆਂ ਈਰਾਨ ਦੀਆਂ ਮਿਜ਼ਾਈਲਾਂ ਤੇ ਚੜ੍ਹ ਕੇ ਆ ਜਾਣ ਜਾਂ ਜਿਹੜੀਆਂ ਇੱਧਰੋਂ ਚੱਲਦੀਆਂ ਉਹਦੇ ਤੇ ਚੜ੍ਹ ਕੇ ਆ ਜਾਣ, ਵੀ ਕਿੱਥੋਂ ਜਿਹੜੇ ਕਮਰਸ਼ੀਅਲ ਫਲਾਈਟਾਂ ਉੱਡ ਤਾਂ ਰਹੀਆਂ ਨਹੀਂ, ਜਾਣ ਕਿਧਰ ਪਾਸੋਂ ਦੀ। ਸੋ ਲੋਕ ਵਿਚਾਰੇ ਜਿਹੜੇ ਫਸੇ ਹੋਏ ਨਜ਼ਰ ਆ ਰਹੇ ਆ। ਦੁਬਈ ਖਾੜੀ ਦੇ ਮੁਲਕ ਜਿਹੜੇ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹ ਆਪਣੇ ਆਪ ਨੂੰ ਪੇਸ਼ ਕਰਦੇ ਸੀਗੇ ਵੀ ਸਾਡੇ ਤੋਂ ਸੁਰੱਖਿਅਤ ਥਾਂ ਇਲਾਕਾ ਜਿਹੜਾ ਨਹੀਂ ਆ, ਉੱਥੋਂ ਹੁਣ ਭੱਜਣ ਦੀ ਜਿਹੜੀ ਦੌੜ ਆ ਉਹ ਲੋਕਾਂ ਦੇ ਵਿੱਚ ਲੱਗੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਹੈਗੀਆਂ। ਸੋ 6 ਅਮਰੀਕੀ ਆਲਰੇਡੀ ਇਸ ਲੜਾਈ ਦੇ ਵਿੱਚ 6 ਅਮਰੀਕੀ ਫੌਜੀ ਜਿਹੜੇ ਉਹ ਮਰ ਚੁੱਕੇ ਆ। ਉਦਾਂ ਇਰਾਕ ਵਾਲੀ ਦੀ ਗੱਲ ਜੇ ਕਰਦੇ ਜਾਈਏ ਹਰਜੋਤ ਸਿੰਘ ਜੀ, ਜੇ ਆਪਾਂ ਲੋਕਾਂ ਨੂੰ ਜਿਨ੍ਹਾਂ ਨੂੰ ਚੇਤਾ ਭੁੱਲਿਆ ਆ, ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਰੌਲਾ 1 ਸਾਲ ਕੋਲਿਨ ਪਾਵਲ ਹੋਣੀ ਤੇ ਡਿਕ ਚੇਨੀ ਹੋਣੀ ਤੇ ਬੁਸ਼ ਹੋਣੀ ਜਿਹੜਾ ਉਹ ਪਾਉਂਦੇ ਰਹੇ, ਕਦੀ ਯੂਐਨ 'ਚ ਜਾ ਕੇ ਕਦੀ ਕਾਂਗਰਸ 'ਚ ਜਿਹੜਾ ਉਹ ਖੜ ਕੇ ਜਦੋਂ ਹਮਲਾ ਕੀਤਾ, ਤੇ ਫਿਰ 20 ਸਾਲ ਉੱਥੇ ਜਿਹੜੇ ਉਹ ਲੱਗੇ। 7000 ਤੋਂ ਵੱਧ ਫੌਜੀ ਅਮਰੀਕਾ ਦਾ ਜਿਹੜਾ ਉਹ ਮਰਿਆ। 1 ਮਿਲੀਅਨ ਤੋਂ ਵੱਧ ਓਵਰਆਲ ਜਿਹੜੀਆਂ ਮੌਤਾਂ ਆ ਉਹਨਾਂ ਲੜਾਈਆਂ ਦੇ ਵਿੱਚ ਹੋਈਆਂ। ਸੋ ਇਹ ਕਿਸ ਪਾਸੇ ਵੱਲ ਨੂੰ ਅੱਗੇ ਗੱਲ ਵਧੂਗੀ ਉਹ ਦੇਖਣ ਵਾਲੀ ਗੱਲ ਆ, ਖਾਸ ਕਰਕੇ ਉਦੋਂ ਜਿਹੜਾ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਇਹ ਟਾਊਟ ਕਰਦਾ ਹੋਵੇ ਵੀ ਮੈਂ ਪ੍ਰੈਜ਼ੀਡੈਂਟ ਆਫ ਪੀਸ ਹੈਗਾ ਆ। ਜੀ, ਸੋ ਬਹੁਤ ਸਾਰੇ ਲੋਕ ਇਹ ਮੈਗਾ ਦੇ ਵਿੱਚ ਵੀ ਅਪਸੈਟ ਹੈਗੇ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਹੁਣੀ ਉਹਨਾਂ ਦਾ ਮੇਨ ਮਕਸਦ ਇਹੀ ਇਲੈਕਸ਼ਨ ਦੇ ਵਿੱਚ ਰਿਹਾ ਸੀ ਵੀ ਨਹੀਂ ਮੈਂ ਲੜਾਈ ਨਹੀਂ ਕਿਸੇ ਨਾਲ ਲਾਣੀ ਹੈਗੀ। ਪਹਿਲਾਂ ਲੋਕ ਲੜਾਈ ਲਾਉਂਦੇ ਰਹੇ ਹੈਗੇ ਆ। ਈਵਨ ਉਹਨਾਂ ਨੇ ਜੋ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ ਉਹਨਾਂ ਦੇ ਉੱਤੇ ਵੀ ਤੰਜ ਕੱਸਿਆ ਸੀ ਵੀ ਇਹਨਾਂ ਨੂੰ ਕੋਈ ਨੈਗੋਸ਼ੀਏਸ਼ਨ ਨਹੀਂ ਕਰਨੀ ਆਉਂਦੀ, ਤਾਂ ਕਰਕੇ ਇਹਨਾਂ ਦੇ ਇਰਾਨ ਦੇ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ ਹੈਗੀ। ਸੋ ਹੁਣ ਇਹ ਸਾਹਮਣੇ ਹੈਗਾ। ਫੋਰਨ ਮਿਨਿਸਟਰ ਜਿਹੜੇ ਕਤਰ ਦੇ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਸ ਲੜਾਈ ਦੇ ਵਿੱਚ ਨਹੀਂ ਇਨਵੋਲਵ ਹੈਗੇ, ਕਿਉਂਕਿ ਕਤਰ ਦਾ ਵੀ ਨੁਕਸਾਨ ਕਾਫੀ ਹੋਇਆ ਆ। ਉਹਨਾਂ ਦਾ ਤਾਂ 에ਅਰਪੋਰਟ ਹੀ ਸਾਰਾ ਬੰਦ ਆ। ਕਤਰ ਏਅਰਵੇਜ਼ ਤੁਹਾਨੂੰ ਪਤਾ ਵੀ ਬਹੁਤ ਵੱਡੀ 에ਅਰਵੇਜ਼ ਆ ਜਿਹ 'ਚ ਲੋਕ ਸਾਰੇ ਜਾਂਦੇ ਹੈਗੇ ਆ। ਸੋ ਜਿਹੜੇ ਨਵੇਂ ਸਰਵੇ ਆਏ ਆ 4 ਵਿੱਚੋਂ 3 75% ਅਮਰੀਕਨ ਲੋਕ ਇਸ ਜੰਗ ਦੇ ਅਗੇਂਸਟ ਆ। ਕਹਿੰਦੇ ਵੀ ਸਾਡਾ ਇਰਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਨਾ ਹੀ ਇਰਾਨ ਤੋਂ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਖਤਰਾ ਸੀਗਾ।
ਸੋ ਮੈਗਾ ਦੇ ਵਿੱਚ ਜਿਹੜੇ ਬੇਸ ਆ ਉਹਦੇ ਵਿੱਚ ਵੀ ਕਾਫੀ ਲੋਕ ਜਿਹੜੇ ਆ ਅਪਸੈਟ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ। ਪਰ ਕਿਉਂਕਿ ਹੁਣ ਜਿਹੜੀ ਇਹ ਬਿਲਕੁਲ ਸ਼ਰੇਆਮ ਲੜਾਈ ਸ਼ੁਰੂ ਹੋ ਗਈ ਹੈਗੀ ਆ, ਇਹਦਾ ਅਸਰ ਦੁਨੀਆ ਦੀ ਇਕਨੋਮੀ ਤੇ ਬੜਾ ਪੈਣਾ ਆ, ਤੇਲ ਤੇ ਬੜਾ ਪੈਣਾ ਆ। ਅੱਜ ਸਟਾਕ ਮਾਰਕੀਟ ਤੁਸੀਂ ਦੇਖ ਹੀ ਲਿਆ 700 650 ਪੁਆਇੰਟ ਦੇ ਕਰੀਬ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ, ਡਾਓ ਜੋਨ ਇੰਡਸਟਰੀਅਲ ਡਾਊਨ ਆ। ਤੇ ਜੋ ਹੈਗਸਤ ਆ ਉਹਨੂੰ ਲੈ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉੱਥੇ ਉਹਨਾਂ ਦਾ ਜਿਹੜਾ ਬੋਲਣ ਦਾ ਤਰੀਕਾ ਸੀ ਕਾਫੀ ਟਫ ਸੀਗਾ ਵੀ ਕਾਹਦੇ ਅਸੀਂ ਤੁਹਾਨੂੰ ਜਵਾਬ ਦਈਏ, ਕੀ ਕਰੀਏ। ਉਹਦੇ ਸੰਬੰਧ ਦੇ ਵਿੱਚ ਜੌਨ ਬੋਲਟਨ ਨੇ ਇਹ ਕਿਹਾ ਵੀ ਹੈਗਸਤ ਨੂੰ ਐਟੀਟਿਊਡ ਐਡਜਸਟਮੈਂਟ ਕਰਨੀ ਚਾਹੀਦੀ ਆ ਇਰਾਨ ਬਰੀਫਿੰਗ ਤੋਂ ਬਾਅਦ। ਕਹਿੰਦੇ ਵੀ ਪੀਟ ਹੈਗਸਟ ਨੂੰ ਚੈੱਕ ਕਰਨਾ ਚਾਹੀਦਾ ਆਪਣੇ ਬੌਸ ਦੇ ਨਾਲ ਵੀ ਆਬਜੈਕਟਿਵ ਕੀ ਹੈਗਾ। ਤੁਹਾਡਾ ਜਿਹੜਾ ਆਬਜੈਕਟਿਵ ਹੀ ਹਜੇ ਤੱਕ ਕਲੀਅਰ ਨਹੀਂ ਹੈਗਾ। ਨਹੀਂ ਹੈ। ਸਾਰਿਆਂ ਨੂੰ ਪਤਾ ਵੀ ਜੌਨ ਬੋਲਟਨ ਬਹੁਤ ਪੁਰਾਣਾ ਜਿਹੜਾ ਆ ਐਡਵਾਈਜ਼ਰ ਰਿਹਾ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਿਹਾ ਹੈਗਾ ਆ। ਪਰ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨਾਲ ਵੀ ਰਿਹਾ, ਬਾਅਦ ਦੇ ਵਿੱਚ ਫਿਰ ਅਣਬਣ ਵੀ ਹੋ ਗਈ, ਉਹਦੇ ਤੇ ਕੇਸ ਵੀ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਸੋ ਹਜੇ ਤੱਕ ਹਰ ਰੋਜ਼ ਜਿਹੜੇ ਆਬਜੈਕਟਿਵ ਹੀ ਚੇਂਜ ਹੋ ਰਿਹਾ ਹੈਗੇ ਉਹਨਾਂ ਦਾ। ਪਹਿਲਾਂ ਇਹ ਸੀ ਵੀ ਨਿਊਕਲੀਅਰ ਆ ਉਹਨਾਂ ਦੇ ਕੋਲ, ਫਿਰ ਇਹ ਸੀ ਵੀ ਖਤਰਾ ਆ ਜੀ ਪ੍ਰੈਜ਼ੀਡੈਂਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਉਹਨਾਂ ਦਾ 4-5 ਜਿਹੜੇ ਪੁਆਇੰਟ ਆ ਉਹ ਡਿਫਰੈਂਟ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਡਿਸਕਸ ਕਰ ਰਿਹਾ ਹੈਗਾ। ਪਰ ਦੂਸਰੇ ਪਾਸੇ ਰੋ ਖੰਨਾ ਹੁਣੀ ਵੀ ਕਹਿ ਰਹੇ ਆ ਵੀ ਅਸੀਂ ਇਹ ਜਿਹੜਾ ਕਾਂਗਰਸ ਦੇ ਵਿੱਚ ਡਿਸਕਸ ਕਰਾਂਗੇ, ਇਹ ਬਿਨਾਂ ਕਾਂਗਰਸ ਦੇ ਅਪਰੂਵਲ ਤੋਂ ਜਿਹੜੀ ਲੜਾਈ ਆ ਸ਼ੁਰੂ ਕੀਤੀ ਗਈ ਹੈਗੀ ਆ। ਕਾਂਗਰਸ ਨੂੰ ਤਾਂ ਵੈਸੇ ਹੀ ਚੂੜੀਆਂ ਹੀ ਘੱਲ ਦੇਣੀਆਂ ਚਾਹੀਦੀਆਂ ਇਹਨਾਂ ਨੂੰ, ਇਹ ਅਮਰੀਕਾ ਦੀ ਕਾਂਗਰਸ ਨੂੰ। ਇਹ ਕਾਹੇ ਜੋਗੇ ਨਹੀਂ ਆ, ਇਹਨਾਂ ਨੇ ਸਰੈਂਡਰ ਕਰ ਦਿੱਤਾ ਹੈ, ਗੋਡੇ ਟੇਕੇ ਹੋਏ ਆ ਇਹਨਾਂ ਨੇ। ਸਾਰੀਆਂ ਪਾਵਰਾਂ ਇਹਨਾਂ ਤੋਂ ਖੋਹ ਹੋ ਰਹੀਆਂ ਆ। ਉੱਦਾਂ ਇਹ ਰੌਲਾ ਪਾਉਂਦੇ ਰਹਿੰਦੇ, ਦੁਹਾਈ ਪਾਉਂਦੇ ਰਹਿੰਦੇ ਆ ਵੀ ਅਸੀਂ ਆਹ ਕਰਨ ਜੋਗੇ, ਅਸੀਂ ਉਹ ਕਰਨ ਜੋਗੇ ਆ। ਮਾਰਕੋ ਰੂਬੀਓ ਨੇ ਕਿਹਾ ਵੀ ਅਸੀਂ ਕਿਤੇ 500 ਜਾਣਿਆਂ ਨੂੰ ਦੱਸਣਾ ਸੀਗਾ ਵੀ ਇਹ ਹਮਲਾ ਕਰਨ ਲੱਗੇ ਆ। ਪਰ ਵਾਰ ਦੇ ਵਿੱਚ ਲੈ ਕੇ ਜਾਣ ਦਾ ਮੁਲਕ ਨੂੰ ਪਾਵਰ ਕਾਂਗਰਸ ਕੋ ਆ, ਪਰ ਉਸ ਨੂੰ ਬਾਈਪਾਸ ਕਰਦੇ ਹੋਏ ਕਰਤਾ। ਕਹਿੰਦੇ ਵੀ ਗੈਂਗ ਆਫ 8 ਨੂੰ ਅਸੀਂ ਦੱਸਦਾ ਸੀਗਾ, ਉਸ ਤੋਂ ਬਾਅਦ ਚ ਹਮਲਾ ਜਿਹੜਾ ਆ ਅਸੀਂ ਇਸ ਦੇ ਉੱਤੇ ਕਰ ਦਿੱਤਾ ਆ। ਹੁਣ ਇਹ ਰੌਲਾ ਪਾਈ ਜਾਂਦੇ ਆ, ਅੱਧੇ ਕੁ ਨਾਲ ਆ, ਅੱਧੇ ਕੁ ਉਲਟ ਆ। ਸੋ ਕਾਂਗਰਸ ਨੂੰ ਆਪਣੀ ਹੀ ਪਾਵਰ ਦਾ ਜਿਹੜਾ ਕੁਝ ਖਾਸ ਪਤਾ ਨਹੀਂ ਆ। ਕਲੀਅਰਲੀ ਇੱਥੇ ਨਵੇਂ ਜਿਹੜੇ ਪ੍ਰੈਸੀਡੈਂਟ ਆ ਉਹ ਲਗਾਤਾਰ ਜਿਹੜੇ ਉਹ ਸੈੱਟ ਹੋ ਰਹੇ ਆ। ਚਾਰਲੀ ਕਰਕ ਜਿਸ ਦੀ ਅਸੈਸੀਨੇਸ਼ਨ ਹੋਈ ਸੀ ਉਹ ਬਹੁਤ ਉਲਟ ਸੀਗਾ, ਇਸ ਲੜਾਈ ਦੇ ਜਿਹੜਾ ਉਹ ਬਹੁਤ ਉਲਟ ਸੀ। ਬਹੁਤ ਸਾਰੇ ਹੋਰ ਵੀ ਲੋਕ ਉਹਨਾਂ ਨੇ ਕਾਫੀ ਚਿਰ ਇਸ ਲੜਾਈ ਨੂੰ ਬੇਸਿਕਲੀ ਇਰਾਨ ਦੇ ਉੱਤੇ ਹਮਲੇ ਨੂੰ ਰੁਕਵਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ, ਜਿਹੜੀ ਉਹ ਸੀਗੀ। ਚਾਰਲੀ ਕਰਕ ਕਹਿੰਦਾ ਸੀਗਾ ਵੀ ਬਹੁਤੇ ਲੋਕਾਂ ਨੂੰ ਜਦੋਂ ਜਿਉਂਦਾ ਸੀਗਾ ਉਸਨੇ ਉਦੋਂ ਕਿਹਾ ਸੀਗਾ ਵੀ ਬਹੁਤੇ ਲੋਕਾਂ ਨੂੰ ਪਤਾ ਨਹੀਂ ਆ। ਅਪ੍ਰੈਲ ਮਹੀਨੇ ਦੀ ਗੱਲ ਆ 2025 ਦੀ, ਪਿਛਲੇ ਸਾਲ। ਕਹਿੰਦਾ ਵੀ ਇਸ ਟਾਈਮ ਬਿਗਲ ਵੱਜ ਰਹੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਵਾਰਮੋਂਗਰਸ ਦੇ, ਵੀ ਉਹ ਆ ਗਏ ਨੇ ਤੇ ਲੜਾਈ ਲਾਉਣ ਨੂੰ ਜਿਹੜੇ ਉਹ ਕਾਹਲੇ ਪਏ ਨੇ, ਤੇ ਮਿਡਲ ਈਸਟ ਦੇ ਵਿੱਚ ਇੱਕ ਨਵੀਂ ਜਿਹੜੀ ਲੜਾਈ ਛੇੜਨ ਨੂੰ ਜਿਹੜਾ ਉਹ ਫਿਰ ਰਹੇ ਨੇ। ਇਰਾਕ, ਸੀਰੀਆ, ਅਫਗਾਨਿਸਤਾਨ ਦੇ ਵਿੱਚ ਜੋ ਨੁਕਸਾਨ ਆਪਾਂ ਟ੍ਰਿਲੀਅਨਸ ਆਫ ਡਾਲਰ ਦਾ ਕਰਕੇ ਆਏ ਆ, ਖੱਟਿਆ ਖਟਾਇਆ, ਉਸ ਦੇ ਵਿੱਚੋਂ ਕੁਝ ਖਾਸ ਹੈ ਨਹੀਂ ਆ। ਨੈਸ਼ਨਲ ਡੈਟ ਨੂੰ ਵਧਾਇਆ ਆ ਤੇ ਨਾਲ ਅਮਰੀਕੀ ਫੌਜੀ ਮਰਵਾਏ ਆ। ਉਸ ਤੋਂ ਇਲਾਵਾ ਜਿਹੜਾ ਉਹ ਕੁਛ ਨਹੀਂ ਆ। ਕਹਿੰਦੇ ਵੀ ਟਰੰਪ ਹੁਣਾਂ ਨੇ ਪਹਿਲੀ ਟਰਮ ਦੇ ਵਿੱਚ ਤਾਂ ਰਿਸਟ੍ਰੇਨ ਰੱਖਿਆ ਸੀਗਾ, ਪਰ ਹੁਣ ਇੱਕ ਵਾਰੀ ਫੇਰ ਉੱਥੇ ਜਿਹੜੀ ਆ ਵਾਰਮੋਂਗਰਸ ਜਿਹੜੇ ਪਹੁੰਚੇ ਹੋਏ ਆ ਤੇ ਇਵੈਂਚੁਅਲੀ ਉਹ ਹਰਜੋਤ ਸਿੰਘ ਜੀ ਕਾਮਯਾਬ ਜਿਹੜੇ ਉਹ ਹੋ ਗਏ ਆ, ਤੇ ਜਿਨ੍ਹਾਂ ਨੇ ਮਿਡਲ ਈਸਟ ਦੇ ਵਿੱਚ ਇਹ ਜਿਹੜਾ ਕੌਨਫਲਿਕਟ ਆ ਉਸ ਨੂੰ ਗਾਂਹ ਤੱਕ ਜਿਹੜਾ ਉਹ ਲੈ ਗਏ ਆ। ਉੱਦਾਂ ਯੂਕਰੇਨ ਵਾਲੇ ਮਾਮਲੇ ਦੇ ਵਿੱਚ ਕਹਿੰਦੇ ਜੇ ਅਸੀਂ ਮਦਦ ਨਹੀਂ ਕਰਨੀ, ਅਸੀਂ ਉੱਥੇ ਕੁਝ ਕਰ ਨਹੀਂ ਸਕਦੇ। ਤੇ ਇੱਥੇ ਕਹਿੰਦੇ ਆ ਵੀ ਅਸੀਂ ਸਾਰਾ ਕੁਝ ਹੀ ਜਿਹੜਾ ਉਹ ਕਰ ਦੇਣਾ ਆ। ਉਹ ਮਿਜ਼ਾਈਲਾਂ ਇਹਨਾਂ ਦੀਆਂ ਬਣ ਗਈਆਂ ਸੀਗੀਆਂ, ਬਣਨ ਵਾਲੀਆਂ ਸੀਗੀਆਂ। ਯੂਰੇਨੀਅਮ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਆ ਉਹ ਲਗਾਤਾਰ ਜਿਹੜਾ ਆਪਾਂ ਦੇਖਣ ਨੂੰ, ਸੁਣਨ ਨੂੰ ਜਿਹੜਾ ਉਹ ਮਿਲਦਾ ਜਿਹੜਾ ਹੋ ਰਿਹਾ ਆ। ਸੋ ਲੈਟਸ ਸੀ ਕੀ ਜਿਹੜਾ ਅੱਗੇ ਬਣਦਾ ਆ, ਪਰ ਕਿੰਨੇ ਦਿਨ ਤੱਕ ਹੋਰ ਇਹ ਜਿਹੜੀ ਸਿਚੁਏਸ਼ਨ ਇਸੇ ਤਰੀਕੇ ਦੇ ਨਾਲ ਰਹੂਗੀ। ਓਵਰਆਲ ਜਿਹੜਾ ਹਰਜੋਤ ਸਿੰਘ ਦੀ ਐਨਾਲਿਸਿਸ ਜੇ ਦੇਖੀਏ ਨਾ, ਬਾਕੀ ਮੀਡੀਆ ਦਾ, ਯੂਰਪੀਅਨ ਮੀਡੀਆ ਦਾ ਤੇ ਹੋਰ ਥਾਵਾਂ ਦੇ ਉੱਤੇ ਵੀ ਸਾਰੇ ਜਣੇ ਇੱਕ ਚੀਜ਼ ਨੂੰ ਇਹ ਮੰਨ ਰਹੇ ਆ ਵੀ ਇਰਾਨ ਇਜ਼ ਡੂਇੰਗ ਮਚ ਬੈਟਰ, ਵੀ ਇੰਨਾ ਉਹਨਾਂ ਦੇ ਮੰਦੇ ਹਾਲ ਨਹੀਂ ਆ ਵੀ ਜਿਸ ਤਰੀਕੇ ਦੇ ਨਾਲ ਆ ਅੰਬੈਸੀ ਦੇ ਉੱਤੇ ਹਮਲਾ ਕਰਨ 'ਚ ਕਾਮਯਾਬ ਰਹਿਣਾ। ਅਮਰੀਕਾ ਦੇ ਜਿਹੜੇ ਫੌਜੀ ਜਿਹਨਾਂ ਹੋਟਲਾਂ 'ਚ ਰੁਕੇ ਆ ਉੱਥੇ ਵੀ ਹਮਲਾ ਜਿਹੜਾ ਉਹ ਕਰ ਲੈਣਾ। ਹੋਰ ਮਿਜ਼ਾਈਲਸ ਜਿਹੜੀਆਂ ਇਹਨਾਂ ਦੀਆਂ ਉਹ ਇਹਨਾਂ ਦੇ ਇੰਟਰਸੈਪਟਰਸ ਨੂੰ ਭੇਦ ਕੇ ਵੀ ਥੱਲੇ ਪਹੁੰਚ ਜਾਣੀਆਂ। ਸੋ ਦੇ ਆਰ ਨਾਟ ਡੂਇੰਗ ਦੈਟ ਬੈਡ। ਹਾਂ, ਨੇਵੀ ਉਹਨਾਂ ਦੀ ਪੂਰੀ ਤਰ੍ਹਾਂ ਜਿਹੜੀ ਉਹ ਖਤਮ ਹੋ ਗਈ ਆ, ਪਹਿਲੋਂ ਵੀ ਇੰਨੀ ਕੋਈ ਜ਼ਿਆਦਾ ਸਟਰੋਂਗ ਨਹੀਂ ਸੀਗੀ, ਪਰ ਇਹ ਮਿਜ਼ਾਈਲਸ ਦੇ ਸਹਾਰੇ ਆਸਰੇ ਜਿਹੜਾ ਉਹ ਇਸ ਟਾਈਮ ਚੱਲ ਰਹੇ ਆ। ਸੋ ਦੇਖੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕਿਹੜੇ ਵਾਲੇ ਪਾਸੇ ਨੂੰ ਇਹ ਕੌਨਫਲਿਕਟ ਆ ਇਹ ਅੱਗੇ ਵੱਧਦਾ ਹੈਗਾ ਆ।
ਟਰੰਪ ਉਹਨਾਂ ਨੇ ਕਿਹਾ ਵੀ ਜੋ ਈਰਾਨ ਨੇ ਸਾਊਦੀ ਅਰੇਬੀਆ ਤੇ ਰਿਆਦ ਦੇ ਵਿੱਚ ਅਮਰੀਕਨ ਕੌਂਸੂਲੇਟ ਦੇ ਉੱਤੇ ਹਮਲਾ ਕੀਤਾ, ਆਪਾਂ ਉਹਦਾ ਜਿਹੜਾ ਬਦਲਾ ਆ ਬਿਲਕੁਲ ਲਵਾਂਗੇ। ਇਜ਼ਰਾਈਲ ਵਾਲਿਆਂ ਨੇ ਉਹਨਾਂ ਦੀ ਇੱਕ ਅਸੈਂਬਲੀ ਆਫ ਐਕਸਪਰਟਸ ਹੋਣੀ ਸੀ, ਜਿੱਥੇ 80 ਦੇ 88 ਦੇ ਕਰੀਬ ਟੌਪ ਦੇ ਜਿਹੜੇ ਉਹਨਾਂ ਦੇ ਕਲੈਰਿਕ ਕੌਂਸਲ ਸੀਗੇ, ਉਹਨਾਂ ਨੇ ਮੀਟਿੰਗ ਕਰਕੇ ਜਿਹੜਾ ਆਪਣਾ ਕੋਈ ਨੈਕਸਟ ਸੁਪਰੀਮ ਲੀਡਰ ਚੁਣਨਾ ਸੀ, ਉੱਥੇ ਜਿਹੜਾ ਹਮਲਾ ਕਰ ਦਿੱਤਾ। ਸੋ ਇਹ ਪਤਾ ਨਹੀਂ ਵੀ 88 ਦੇ 88 ਜਿਹੜੇ ਆ ਉਹ ਮਾਰੇ ਗਏ ਆ ਕਿ ਨਹੀਂ, ਪਰ ਉਹ ਪੂਰੀ ਦੀ ਪੂਰੀ ਬਿਲਡਿੰਗ ਜਿਹੜੀ ਆ ਉਹ ਤਬਾਹ ਹੋ ਗਈ ਹੈਗੀ ਆ। ਸੋ ਕਾਫੀ ਜਿਹੜੀ ਅਪਡੇਟਸ ਆ, ਬਾਕੀ ਪੰਜਾਬੀਆਂ ਨੂੰ ਲੈ ਕੇ ਕਾਫੀ ਪੰਜਾਬੀ ਵੀ ਉੱਥੇ ਫਸੇ ਹੋਏ ਹੈਗੇ ਆ। ਕੱਲ ਵੀ ਆਪਾਂ ਪੋਸਟਰ ਵੀ ਸ਼ੇਅਰ ਕੀਤਾ ਸੀ, ਤੁਸੀਂ ਲੋਕਲ ਜੇ ਜਿਹੜੇ ਅਮਰੀਕਨ ਸਿਟੀਜ਼ਨਸ ਆ ਯੂਐਸ ਸਟੇਟ ਡਿਪਾਰਟਮੈਂਟ ਨੂੰ ਕੰਟੈਕਟ ਕਰੋ, ਉਹਨੀ ਲੋਕਲ ਨੰਬਰ ਵੀ ਦਿੱਤਾ ਸੀਗਾ। ਤੇ ਜਦੋਂ ਹੀ ਕੋਈ ਉਹਨਾਂ ਦਾ ਹਿਸਾਬ ਕਿਤਾਬ ਹੋਇਆ ਵੀ ਕਿਸ ਤਰ੍ਹਾਂ ਜਿਹੜੇ ਸਿਟੀਜ਼ਨਸ ਨੂੰ ਕੱਢਣਾ ਆ ਤੇ ਉਹ ਉੱਥੋਂ ਕੱਢੂਗੇ। ਕੁਛ ਕੁ ਫਲਾਈਟਾਂ ਵੀ ਚੱਲੀਆਂ ਹੈਗੀਆਂ। ਦੁਬਈ ਦਾ ਗੁਰਦੁਆਰਾ ਸਾਹਿਬ ਜਿਹੜਾ ਉਹ ਸ਼ਟ ਡਾਊਨ ਕਰ ਦਿੱਤਾ ਗਿਆ, ਉਹ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਉੱਥੇ ਖਤਰਾ ਸੀ ਵੀ ਕਹਿੰਦੇ ਵੀ ਡਰੋਨ ਡਿੱਗ ਸਕਦੇ ਹੈਗੇ ਆ। ਸੋ ਜ਼ਰੂਰ ਆਪਣੇ ਕੋਈ ਵੀ ਜਿਹੜੇ ਸਟਕ ਹੈਗੇ ਆ ਉਹਨਾਂ ਦੀ ਹੈਲਪ ਕਰੋ। ਜਦੋਂ ਤੁਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਸਟੇਟ ਡਿਪਾਰਟਮੈਂਟ ਤੇ ਤੁਸੀਂ ਕਾਲ ਕਰਦੇ ਹੋ ਤੇ ਉਹ 24 ਆਵਰ ਹੀ ਓਪਨ ਆ, ਉਹ ਤੁਹਾਡੀ ਕਾਲ ਚੱਕਦੇ ਆ, ਬੜੇ ਪਿਆਰ ਦੇ ਨਾਲ ਉਹ ਤੁਹਾਨੂੰ ਦੱਸਦੇ ਹੈਗੇ ਵੀ ਹਾਂ ਆਹ ਲੋਕੇਸ਼ਨ ਆ। ਅਸੀਂ ਕਿਉਂਕਿ ਉਹ ਇੱਕ ਤਾਂ ਉਹਨਾਂ ਦੇ ਕੋਲ ਡਾਟਾ ਵੀ ਐਂਟਰ ਹੋ ਜਾਂਦਾ ਆ। ਹੁਣ ਜੇ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਸਾਡੇ ਕਿੰਨੇ ਸਿਟੀਜ਼ਨ ਇੱਥੇ ਸਟਕ ਹੈਗੇ ਆ, ਸੋ ਉਸ ਹਿਸਾਬ ਨਾਲ ਫਿਰ ਉਹਨਾਂ ਨੂੰ ਕਿੱਦਾਂ ਕੱਢਣਾ ਆ, ਇਹ ਜ਼ਰੂਰ ਤੁਸੀਂ ਕਾਲ ਕਰਕੇ ਦੱਸੋ ਵੀ ਕਿੱਥੇ ਇਸ ਵੇਲੇ ਸਟਕ ਆ, ਕਿਹੜੇ ਹੋਟਲ 'ਚ ਰਹਿ ਰਹੇ ਆ, ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਉਹਨਾਂ ਦੀ ਆਹ ਇਨਫੋਰਮੇਸ਼ਨ ਹੈਗੀ ਆ। ਉਹਨਾਂ ਦਾ ਨੰਬਰ ਹੁਣ ਮੇਰੇ ਸਾਹਮਣੇ ਨਹੀਂ ਇਸ ਵਾਰੀ, ਪਰ ਆਪਾਂ ਪੋਸਟਰ ਜ਼ਰੂਰ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਪਾਇਆ, ਯੂਐਸ ਸਟੇਟ ਡਿਪਾਰਟਮੈਂਟ ਦਾ, ਜਿੱਥੇ ਕਿ ਤੁਸੀਂ ਜੋ ਆ ਕਾਲ ਕਰਕੇ ਉਹਨਾਂ ਨੂੰ ਜਿਹੜੀ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ। ਜੇ ਤੁਸੀਂ ਯੂਐਸਏ ਜਾਂ ਕੈਨੇਡਾ 'ਚ ਆ, ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਫਸਿਆ ਆ, ਤਾਂ 888 407 4747 ਆ। ਜੇ ਤੁਸੀਂ ਉਹਨਾਂ ਮੁਲਕਾਂ 'ਚ ਫਸੇ ਹੋਏ ਆ ਤਾਂ 202 501 4444 202 501 4444। ਕਿਉਂ ਕਈ ਵਾਰੀ ਕੀ ਹੁੰਦਾ ਵੀ ਲੋਕ ਬਿਮਾਰ ਹੁੰਦੇ ਆ, ਦਵਾਈ ਦੀ ਜ਼ਰੂਰਤ ਆ ਜਾਂ ਕੁਛ ਵੀ, ਸੋ ਉਹ ਜ਼ਰੂਰ ਲੋਕਲ ਜਿਹੜੀ ਉੱਥੇ ਦੀ ਗਵਰਨਮੈਂਟ ਆ ਉਹਦੇ ਨਾਲ ਕੰਟੈਕਟ ਕਰਕੇ ਹੈਲਪ ਕਰਨਗੇ ਤੇ ਬਹੁਤ ਹੀ ਹੈਲਪਫੁਲ ਹੁੰਦੇ ਆ। ਇਹ ਆਪਾਂ ਪਿਛਲੇ ਸਮੇਂ 'ਚ ਦੇਖਿਆ, ਮੈਂ ਖੁਦ ਵੀ ਕਾਲ ਕਰਕੇ ਦੇਖੀ ਆ ਤੇ ਉਹ ਕਿਤੇ ਵੀ ਬੰਦਾ ਦੁਨੀਆ 'ਚ ਅਮਰੀਕਨ ਸਿਟੀਜ਼ਨ ਫਸਿਆ ਹੈ ਤੇ ਤੁਸੀਂ ਸਟੇਟ ਡਿਪਾਰਟਮੈਂਟ ਕੰਟੈਕਟ ਕਰੋ, ਇਮੀਡੀਏਟਲੀ ਉਹ ਲੋਕਲ ਐਮਬੈਸੀ ਦੇ ਨਾਲ ਕੰਟੈਕਟ ਕਰਕੇ ਤੁਹਾਨੂੰ ਕੰਟੈਕਟ ਕਰੂਗੇ। ਜੀ, ਬਿਲਕੁਲ। ਵਕਤ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਹਾਂ। ਇਹ ਖਬਰ ਜਾਰਜੀਆ ਦੀ ਇੱਕ ਸਕੂਲ ਸ਼ੂਟਿੰਗ ਦੇ ਨਾਲ ਸੰਬੰਧਿਤ ਆ ਰਹੀ ਆ। ਜਾਰਜੀਆ ਸਕੂਲ ਦਾ ਸ਼ੂਟਰ ਦਾ ਪੇ ਵੀ ਉਸ ਨੂੰ ਵੀ ਗਿਲਟੀ ਪਾਇਆ ਗਿਆ ਆ, ਦੋਸ਼ੀ ਜਿਹੜਾ ਉਹ ਮੰਨਿਆ ਗਿਆ ਆ ਮਰਡਰ ਤੇ ਮੈਨਸਲੌਟਰ ਦੇ ਚਾਰਜਸ ਦੇ ਵਿੱਚ। ਕੋਲਿਨ ਗ੍ਰੇ ਜਾਰਜੀਆ ਸਕੂਲ ਸ਼ੂਟਰ ਕੋਲਟ ਗ੍ਰੇ ਦਾ ਪੇ ਆ ਤੇ ਇਸ ਦੇ ਉੱਤੇ ਜਿਹੜੇ ਮਰਡਰ ਤੇ ਮੈਨਸਲੌਟਰ ਦੇ ਜਿਹੜੇ ਚਾਰਜਸ ਆ ਉਸ ਦਾ ਟਰਾਇਲ ਚੱਲ ਰਿਹਾ ਸੀਗਾ। ਜਿਊਰੀ ਜਿਹੜੀ ਆ ਉਸਨੇ ਜ਼ਰਾ ਜਿਹੜੀ ਆ ਉਹ ਸੁਣੀ। ਉਸ ਤੋਂ ਬਾਅਦ ਦੇ ਵਿੱਚ 2 ਘੰਟੇ ਡੈਲੀਬਰੇਟ ਕਰਕੇ ਆਪਸੀ ਸਲਾਹ ਕਰਕੇ ਉਸ ਨੂੰ 27 ਚਾਰਜਸ ਦੇ ਵਿੱਚ ਕਨਵਿਕਟ ਕਰ ਦਿੱਤਾ। 2 ਕਾਊਂਟ ਸੈਕੰਡ ਡਿਗਰੀ ਮਰਡਰ ਦੇ, 2 ਕਾਊਂਟ ਇਨਵੋਲੰਟਰੀ ਮੈਨਸਲੌਟਰ ਤੇ 18 ਕਾਊਂਟ ਕ੍ਰੂਐਲਿਟੀ ਟੂ ਚਿਲਡਰਨ, 5 ਕਾਊਂਟ ਰੈਕਲੈਸ ਕੰਡਕਟ ਦੇ ਜਿਹੜੇ ਉਹ ਦਿੱਤੇ ਜਿਹੜੇ ਉਹ ਗਏ ਆ। ਸੋ ਕਹਿੰਦੇ ਵੀ ਕੋਲਿਨ ਗ੍ਰੇ ਨੇ ਜਦ ਇਹ ਵਰਡਿਕਟ ਸੁਣਾਇਆ ਗਿਆ ਜੂਰੀ ਦੇ ਦੁਆਰਾ ਤੇ ਕੋਈ ਰਿਐਕਸ਼ਨ ਨਹੀਂ ਦਿੱਤਾ, ਪਰ ਉਸ ਨੂੰ ਹੱਥਕੜੀਆਂ ਲਾ ਕੇ ਉੱਥੋਂ ਲੈ ਗਏ ਸੀਗੇ। ਇਸ ਨੂੰ ਇੱਕ ਮਰਡਰ ਚਾਰਜ ਦੇ ਲਈ 10 ਤੋਂ 30 ਸਾਲ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ। 1 ਤੋਂ 10 ਸਾਲ ਦੀ ਸਜ਼ਾ ਮੈਨਸਲੌਟਰ ਚਾਰਜਸ ਦੇ ਵਿੱਚ ਹੋ ਸਕਦੀ ਆ। ਇਹਦੇ ਜਿਹੜੇ ਮੁੰਡੇ ਨੇ ਇਸ ਦੇ ਉੱਤੇ ਦੋਸ਼ ਆ, ਪ੍ਰੋਸੀਕਿਊਟਰ ਨੇ ਦੋਸ਼ ਲਾਇਆ ਵੀ ਜਿਹੜਾ ਗ੍ਰੇ ਆ ਉਸਨੇ ਇਸ ਤੇ ਆਪਣੇ ਮੁੰਡੇ ਨੂੰ AR-15 ਸਟਾਈਲ ਜਿਹੜੀ ਰਾਈਫਲ ਆ ਉਹ ਬਾਏ ਕਰਕੇ ਦਿੱਤੀ ਸੀਗੀ ਇੱਕ ਕ੍ਰਿਸਮਸ ਪ੍ਰੈਜ਼ੈਂਟ ਦੇ ਤੌਰ ਦੇ ਉੱਤੇ, ਜਿਹਦੇ ਕਰਕੇ ਉਸ ਜਿਹੜਾ ਸ਼ੂਟਰ ਕੋਲਟ ਗ੍ਰੇ ਆ ਉਹਦੇ ਕੋਲ ਹਥਿਆਰ ਤੇ ਐਮੂਨੇਸ਼ਨ ਮੁਹੱਈਆ ਹੋਇਆ। ਜਦ ਕਿ ਵਾਰਨਿੰਗਸ ਇਹ ਸੀਗੀਆਂ ਵੀ ਇਹਦਾ ਜਿਹੜਾ ਮੁੰਡਾ ਆ, ਇਹਦਾ ਜਿਹੜਾ ਬੱਚਾ ਆ ਉਹ ਡੇਂਜਰ ਸੀਗਾ, ਦੂਜਿਆਂ ਦੇ ਲਈ ਉਹ ਖਤਰਾ ਬਣ ਸਕਦਾ ਸੀ। 14 ਸਾਲਾਂ ਦਾ ਸੀਗਾ ਕੋਲਟ ਗ੍ਰੇ ਜਦ ਉਸਨੇ ਐਪਲੈਚੀ ਹਾਈ ਸਕੂਲ ਵਿੰਡਰ ਜਾਰਜੀਆ ਦੇ ਵਿੱਚ 4 ਸਤੰਬਰ 2024 ਨੂੰ ਇਸ ਮਾਸ ਸ਼ੂਟਿੰਗ ਨੂੰ ਅੰਜਾਮ ਦਿੱਤਾ, ਜਿਸ ਦੇ ਵਿੱਚ 2 ਵਿਦਿਆਰਥੀ ਤੇ 2 ਜਿਹੜੇ ਸਕੂਲੀ ਅਧਿਆਪਕ ਆ ਉਹਨਾਂ ਦੀ ਮੌਤ ਹੋਈ ਤੇ 9 ਜਣੇ ਹੋਰ ਜ਼ਖਮੀ ਜਿਹੜੇ ਹੋਏ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਇਹਦੇ ਪਿਓ ਨੂੰ ਵੀ ਇਸ ਦੇ ਵਿੱਚ ਚਾਰਜ ਜਿਹੜਾ ਉਹ ਕੀਤਾ ਸੀਗਾ ਵੀ ਇਹਦੀ ਵੀ ਅਣਗਹਿਲੀ ਜਿਹੜੀ ਉਹ ਹੈਗੀ ਆ, ਜਿਹਦੇ ਕਰਕੇ ਇਹਦੇ ਉੱਤੇ ਚਾਰਜਸ ਲਿਆਂਦੇ। ਇਵੈਂਚੁਅਲੀ ਜਿਹੜੀ ਆ ਉਹ ਟਰਾਇਲ ਦੇ ਵਿੱਚ ਗਈ। ਟਰਾਇਲ ਦੇ ਵਿੱਚ ਜਿਹੜਾ ਤੋਂ ਬਾਅਦ ਅੱਜ ਇਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈਗਾ ਆ। ਕੋਲਿਨ ਗ੍ਰੇ ਦਾ ਜਿਹੜਾ ਡਿਫੈਂਸ ਆ ਉਹ ਆਰਗਿਊ ਕਰ ਰਿਹਾ ਸੀਗਾ ਵੀ ਉਹਨੂੰ ਪਤਾ ਹੀ ਨਹੀਂ ਸੀਗਾ ਵੀ ਉਹਦਾ ਜਿਹੜਾ ਮੁੰਡਾ ਆ ਉਹ ਵਾਇਲੈਂਟ ਪਲਾਨ ਤਿਆਰ ਕਰ ਰਿਹਾ ਆ, ਤੇ ਕਹਿੰਦਾ ਵੀ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਵੀ ਉਸਨੂੰ ਮੈਂਟਲ ਹੈਲਥ ਟਰਬਲ ਦੇ ਲਈ ਜਿਹੜੀ ਉਹ ਕੋਈ ਉਸਨੂੰ ਮਦਦ ਜਿਹੜੀ ਉਹ ਦਵਾ ਸਕਾਂ, ਪਰ ਇਸ ਦੀ ਜਿਹੜੀ ਇਹ ਗੱਲ ਆ ਉਹ ਜਿਊਰੀ ਨੂੰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਹਜਮ ਜਿਹੜੀ ਉਹ ਨਹੀਂ ਹੋਈ ਤੇ ਇਸ ਨੂੰ ਵੀ ਬਰਾਬਰ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਦੋਸ਼ੀ ਪਾਇਆ ਗਿਆ ਵੀ ਤੇਰੀ ਅਣਗਹਿਲੀ ਦੇ ਕਰਕੇ ਇਹ ਮਾਸ ਸ਼ੂਟਿੰਗ ਵਾਪਰੀ ਆ, ਜਿਸ ਦੀ ਹੁਣ ਇਸ ਨੂੰ ਸਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਸੁਣਾਈ ਜਾਊਗੀ, ਪਰ ਅੱਜ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈ। ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ ਕ੍ਰਿਸਟੀ ਨੋਇਮ, ਉਹ ਸੈਨੇਟਰਸ ਦੇ ਅੱਗੇ ਪੇਸ਼ ਹੋਈ ਆ ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸ਼ਟਡਾਊਨ ਆ, ਇਮੀਗ੍ਰੇਸ਼ਨ ਐਨਫੋਰਸਮੈਂਟ ਤੇ ਬਹੁਤ ਵੱਡਾ ਜਿਹੜਾ ਅਸਰ ਪਿਆ ਹੋਇਆ ਹੈਗਾ। ਨੋਇਮ ਨੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਅਕੰਪਲਿਸ਼ਮੈਂਟਸ ਹੈਗੀਆਂ ਉਹ ਦੱਸੀਆਂ ਹੈਗੀਆਂ ਲਾ ਮੇਕਰਸ ਨੂੰ, ਸਟੇਟ ਜੁਡੀਸ਼ੀਅਲ ਕਮੇਟੀ ਨੂੰ। ਕਹਿੰਦੇ ਵੀ ਜੇ ਸ਼ਟਡਾਊਨ ਕੀਤਾ ਗਿਆ ਵੀ ਕਿਸ ਤਰ੍ਹਾਂ ਇਹਦਾ ਅਸਰ ਪਊਗਾ, ਖਾਸ ਕਰਕੇ ਏਅਰ ਟਰੈਵਲ ਬਹੁਤ ਜ਼ਿਆਦਾ ਡਿਫਿਕਲਟ ਹੈਗਾ। ਸੈਨੇਟ ਡੈਮੋਕ੍ਰੇਟਸ ਨੇ ਕਿਹਾ ਵੀ ਅਸੀਂ ਫੰਡਿੰਗ ਨਹੀਂ ਕਰਨੀ ਡਿਪਾਰਟਮੈਂਟ ਦੀ ਤੇ ਜਦੋਂ ਤੱਕ ਅਕਾਊਂਟੇਬਿਲਟੀ ਨਹੀਂ ਹੁੰਦੀ ਹੈਗੀ। 2 ਲੋਕਾਂ ਦੀ ਮੌਤ, 2 ਸਿਟੀਜ਼ਨਸ ਦੀ ਮੌਤ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਏਜੰਟਸ ਵੱਲੋਂ ਹੋਈ ਆ, ਉਸ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਹੈ। ਰਿਪਬਲਿਕਨਸ ਨੇ ਇਹ ਹੀਅਰਿੰਗ ਕਾਲ ਕੀਤੀ ਸੀ ਜਸਟ ਡੇਜ਼ ਆਫਟਰ CBP ਆਫੀਸਰਸ ਨੇ ਜੋ 2 ਜਾਣਿਆਂ ਨੂੰ, ਐਲੈਕਸ ਪ੍ਰੈਟੀ ਨੂੰ ਜਨਵਰੀ ਮਹੀਨੇ 'ਚ ਮਾਰਿਆ ਸੀ ਤੇ ਇੱਕ ਬੀਬੀ ਨੂੰ ਜੋ ਮਾਰਿਆ ਸੀਗਾ। ਪਿਛਲੇ ਮਹੀਨੇ ਆਈਸ ਤੇ CBP ਨੇ ਇਹ ਕਿਹਾ ਵੀ ਉਹਨਾਂ ਦੀ ਕਮਾਂਡ ਦੇ ਅੰਡਰ ਜੋ ਨੋਇਮ ਆ ਉਸ ਨੂੰ ਇਸ ਦੇ ਬਾਰੇ ਨਹੀਂ ਪਤਾ ਸੀ। ਹਾਲਾਂਕਿ ਉਹਨਾਂ ਨੇ ਕਾਫੀ ਜਿਹੜੇ ਸਟੇਟਮੈਂਟਸ ਵੀ ਇਹਦੇ ਵਿੱਚ ਦਿੱਤੀਆਂ ਸੀ ਇਮੀਡੀਏਟਲੀ ਵੀ ਜੀ ਇਹ ਟੈਰਰਿਜ਼ਮ ਆ, ਜੇ ਆ ਵੋ ਆ। ਸੋ ਕਾਫੀ ਕੁਝ ਇਹ ਵਾਪਰਿਆ ਸੀਗਾ। ਸੋ ਮਿਨੇਸੋਟਾ ਦੇ ਵਿੱਚ 3000 ਦੇ ਕਰੀਬ ਫੈਡਰਲ ਆਫੀਸਰ ਸੀਗੇ, ਉਹਨਾਂ ਨੂੰ ਵੀ ਉੱਥੋਂ ਰੀਕਾਲ ਕਰ ਲਿਆ ਗਿਆ ਹੈਗਾ।
ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਡੈਮੋਕ੍ਰੇਟਸ ਨੇ 10 ਡਿਮਾਂਡਸ ਰੱਖੀਆਂ ਸੀਗੀਆਂ ਵੀ ਆਪਣੇ ਜਿਹੜੇ ਇਮੀਗ੍ਰੇਸ਼ਨ ਆਫੀਸਰਸ ਆ ਉਹ ਆਪਣਾ ਉਹਨਾਂ ਚੋਂ ਇੱਕ ਬਿਹੇਵੀਅਰ ਵੀ ਚੇਂਜ ਕਰਨ ਵੀ ਕਿਸ ਹਿਸਾਬ ਦੇ ਨਾਲ ਉਹ ਲੋਕਾਂ ਦੇ ਨਾਲ ਡੀਲ ਕਰਦੇ ਹੈਗੇ ਆ ਰਿਪਬਲਿਕਨਸ ਸ਼ਟਡਾਊਨ ਨੂੰ ਓਪੋਜ਼ ਕਰਦੇ ਹੈਗੇ ਆ ਨੋਇਮ ਨੇ ਕਿਹਾ ਵੀ 1 ਲੱਖ ਦੇ ਕਰੀਬ ਜਿਹੜੇ EMPLOYEES ਆ ਉਹ ਇਸ ਟਾਈਮ ਬਿਨਾਂ ਪੇ ਤੋਂ ਕੰਮ ਕਰ ਰਹੇ ਹੈਗੇ ਆ ਬਹੁਤ ਸਾਰੇ ਡੈਮੋਕ੍ਰੇਟਸ ਕ੍ਰਿਸਟੀ ਨੋਇਮ ਦੀ ਲੀਡਰਸ਼ਿਪ ਤੇ ਕੁਐਸਚਨ ਕਰ ਰਹੇ ਹੈਗੇ ਆ ਵੀ ਕਿੰਨਾ ਕੁਝ ਉਹਦੀ ਲੀਡਰਸ਼ਿਪ ਦੇ ਅੰਡਰ ਬੈਡ ਵਾਪਰਿਆ ਹੈਗਾ ਆ ਇਹ ਜਿਹੜੀ ਹੀਅਰਿੰਗ ਚੱਲ ਰਹੀ ਹੈਗੀ ਆ ਦੇਖਦੇ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਹੁਣ ਤੱਕ 6,75,000 ਲੋਕਾਂ ਨੂੰ ਰਿਪੋਰਟ ਕੀਤਾ ਜਾ ਚੁੱਕਾ ਆ ਆਈਸ ਵੱਲੋਂ ਤੇ ਮਿਲੀਅਨਸ ਆਫ ਲੋਕ ਉਹ ਆਪਣੇ ਆਪ ਅਮਰੀਕਾ ਨੂੰ ਛੱਡ ਕੇ ਚਲੇ ਗਏ ਹੈਗੇ ਆ ਨੋਇਮ ਜੋ ਸਾਬਕਾ ਗਵਰਨਰ ਰਹੀ ਆ ਸਾਊਥ ਡਕੋਟਾ ਦੀ ਉਹਨਾਂ ਦੀ ਸੈਨੇਟ ਕਨਫਰਮੇਸ਼ਨ ਪਿਛਲੇ ਸਾਲ ਹੋਈ ਸੀਗੀ ਉਸ ਟਾਈਮ ਦੇ ਉੱਤੇ ਉਹ ਪਤਾ ਹੀ ਆਪਾਂ ਨੂੰ ਵੀ ਟਰੰਪ ਉਹਨਾਂ ਦੀ ਇਮੀਗ੍ਰੇਸ਼ਨ ਏਜੰਡੇ ਦੇ ਉੱਤੇ ਬਹੁਤ ਵੋਕਲ ਸਪੋਰਟਰ ਹੈਗੀ ਆ ਪਰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਾਫੀ ਜ਼ਿਆਦਾ ਜਿਹੜੇ ਇਹ ਬੈਡ ਫੈਸਲੇ ਹੋਏ ਹੈਗੇ ਆ ਉਹਨਾਂ ਨੂੰ ਲੈ ਕੇ ਜੋ ਫੰਡਿੰਗ ਆ ਉਹ ਆਈਸ ਦੀ ਬੰਦ ਹੈਗੀ ਹੈ ਜੀ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਆਪਾਂ ਕਰਦੇ ਜਾਂਦੇ ਆ ਵੀ ਜੋ ਸਿਚੁਏਸ਼ਨ ਇਸ ਟਾਈਮ ਬਣੀ ਆ ਸੋ ਲੇਟੈਸਟ ਅਪਡੇਟ ਇੱਕ ਦੋ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਈਏ ਕੌਨਫਲਿਕਟ ਚੋਂ ਸਪੇਨ ਨੇ ਨਾ ਕਰ ਦਿੱਤੀ ਸੀ ਅਮਰੀਕਾ ਨੂੰ ਉਹਨਾਂ ਦੀਆਂ ਥਾਵਾਂ ਨੂੰ ਵਰਤਣ ਦੇ ਲਈ ਤੇ ਅੱਜ ਟਰੰਪ ਹੋਣਾ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਿਹਾ ਵੀ ਸਪੇਨ ਹੈਜ਼ ਬੀਨ ਟੈਰੀਬਲ ਤੇ ਕਹਿੰਦੇ ਵੀ ਮੈਂ ਕਹਿ ਦਿੱਤਾ ਹੈ US ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਨੂੰ ਵੀ ਸਪੇਨ ਦੇ ਨਾਲ ਹਰ ਇੱਕ ਤਰ੍ਹਾਂ ਦੀ ਜਿਹੜੀ ਡੀਲਿੰਗ ਆ ਉਹ ਬੰਦ ਕਰ ਦਿਓ We are going to cut off all trade with Spain. We don't want anything to do with Spain. So ਯੂਰਪ ਦਾ ਇੱਕ ਅਹਿਮ ਮੁਲਕ ਸਪੇਨ ਦੇ ਨਾਲ ਹਰ ਤਰ੍ਹਾਂ ਦੇ ਟ੍ਰੇਡ ਨੂੰ ਬੰਦ ਕਰਨ ਦੀ ਜਿਹੜੀ ਗੱਲ ਆ ਉਹ ਆਖ ਦਿੱਤੀ ਆ ਜਦ ਸਪੇਨ ਨੇ ਈਰਾਨ ਦੇ ਹਮਲਿਆਂ ਦੇ ਵਿੱਚ ਅਮਰੀਕਾ ਦਾ ਸਾਥ ਦੇਣ ਤੋਂ ਆਪਣੇ ਬੇਸਿਸ ਦੀ ਵਰਤੋਂ ਕਰਨ ਤੋਂ ਉਹਨਾਂ ਨੂੰ ਨਾ ਜਿਹੜੀ ਉਹ ਕਰ ਦਿੱਤੀ ਸੀਗੀ ਸੋ ਇਹ ਜਿਹੜੀ ਲੇਟੈਸਟ ਆ ਜਿਹੜੀ ਖਬਰ ਆ ਉਹ ਇਸ ਬਾਬਤ ਆ ਰਹੀ ਆ ਲਬਨਾਨ ਦੇ ਵਿੱਚ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀਗਾ ਹਰਜੋਤ ਸਿੰਘ ਜੀ ਵੀ ਇਜ਼ਰਾਈਲ ਨੇ ਹਮਲੇ ਸ਼ੁਰੂ ਕਰ ਦਿੱਤੇ ਆ ਤੇ ਕਈ ਇਲਾਕੇ ਨੂੰ ਜਿਹੜਾ ਉਹ ਦੱਬਿਆ ਆ 58,000 ਲੋਕ ਕਹਿੰਦੇ 2 ਦਿਨਾਂ 'ਚ ਇਸ ਟਾਈਮ ਘਰੋਂ ਬੇਘਰ ਉੱਥੇ ਹੋ ਚੁੱਕੇ ਆ ਓਮਾਨ ਦਾ ਫੋਰਨ ਮਿਨਿਸਟਰ ਬਦਰ ਬਿਲ ਹਮਾਦ ਅਲ ਬੁਸੈਦੀ ਜੋ ਕਿ ਵਿਚੋਲਗਰੀ ਦੀ ਭੂਮਿਕਾ ਨਿਭਾ ਰਿਹਾ ਸੀਗਾ ਈਰਾਨ ਤੇ US ਦੀਆਂ ਗੱਲਬਾਤ ਦੇ ਵਿੱਚ ਉਸਨੇ ਬਿਆਨ ਦਿੱਤਾ ਹੈ ਕਹਿੰਦੇ ਵੀ ਆਫ ਰੈਂਪ ਅਵੇਲੇਬਲ ਆ ਵੀ ਇਸ ਕੌਨਫਲਿਕਟ ਨੂੰ ਹਟਾਉਣ ਦੇ ਲਈ ਜਾਂ ਖਤਮ ਕਰਨ ਦੇ ਲਈ ਕਹਿੰਦੇ ਵੀ ਰੀਜਨਲ ਡਿਪਲੋਮੈਸੀ ਦੇ ਵਿੱਚ ਆਫ ਰੈਂਪ ਅਵੇਲੇਬਲ ਨੇ ਤੇ ਕਹਿੰਦੇ ਆਓ ਉਸ ਦੀ ਆਪਾਂ ਵਰਤੋਂ ਜਿਹੜੀ ਉਹ ਕਰਦੇ ਆ ਸੋ ਉਹਨਾਂ ਨੇ ਇਹ ਵੀ ਦੇਖਿਆ ਵੀ ਈਰਾਨ ਦੇ ਦੁਆਰਾ ਜਿਹੜੇ ਸਾਥੀ ਆਪਣੇ ਗਵਾਂਢੀ ਜਿਹੜੇ ਅਰਬ ਮੁਲਕ ਆ ਖਾੜੀ ਦੇ ਮੁਲਕ ਆ ਉਹਨਾਂ ਉੱਤੇ ਜਿਹੜਾ ਉਹ ਹਮਲੇ ਇੱਕ ਹਿਸਾਬ ਦੇ ਨਾਲ ਕੀਤੇ ਆ ਅਮਰੀਕਨ ਐਸੈਟਸ ਦੇ ਉੱਤੇ ਉਹਦੇ ਕਰਕੇ ਇਹ ਹੁਣ ਆਫ ਰੈਂਪ ਦੀ ਗੱਲ ਜਿਹੜੀ ਉਹ ਕਰ ਰਹੇ ਆ ਈਰਾਨ ਨੇ ਹਾਲ ਦੀ ਘੜੀ ਗੱਲਬਾਤ ਕਰਨ ਤੋਂ ਸਿੱਧੀ ਜਿਹੜੀ ਉਹ ਨਾ ਕੀਤੀ ਹੋਈ ਆ ਜਿਹੜੀ ਵੀ ਚਰਚਾ ਨੈਗੋਸ਼ੀਏਸ਼ਨਸ ਨੂੰ ਲੈ ਕੇ ਹੁਣ ਚੱਲ ਰਹੀ ਸੀ ਅਗਲੀ ਖਬਰ ਵੱਲ ਚੱਲੀਏ ਪਿਛਲੇ ਦਿਨਾਂ ਦੇ ਵਿੱਚ ਮੈਕਸੀਕੋ ਦੇ ਵਿੱਚ ਐਲ ਮੈਂਚੋ ਜਿਹਨੂੰ ਕੁੱਕੜਾਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਕੁੱਕੜਾਂ ਦੀ ਲੜਾਈ ਦਾ ਉਹਦੀ ਮੌਤ ਹੋ ਗਈ ਸੀ ਜਦੋਂ ਉੱਥੇ ਦੀ ਮਿਲਟਰੀ ਨੇ ਅਟੈਕ ਕਰ ਦਿੱਤਾ ਉਹਦੇ ਤੇ ਉਹਨੂੰ ਕਹਿੰਦੇ ਪਈ ਹੁਣ ਉਹਦਾ ਫਿਊਨਰਲ ਹੋ ਗਿਆ ਆ ਤੇ ਉਹਨੂੰ 골ਡਨ ਕਾਸਕਟ ਦੇ ਵਿੱਚ ਦੱਬਿਆ ਗਿਆ ਹੈਗਾ ਆ ਓਸਿਗੋਰਾ ਸਰਵੰਟਿਸ ਜਿਹਨੂੰ ਐਲ ਮੈਂਚੋ ਕਰਕੇ ਜਾਣਿਆ ਜਾਂਦਾ ਆ ਜਾਪੋਪਨ ਦੀ ਇੱਕ ਸਮੈਂਟਰੀ ਦੇ ਵਿੱਚ ਗੋਦਲਾਹਾਰਾ ਦਾ ਏਰੀਆ ਆ ਉੱਥੇ ਉਸ ਨੂੰ ਜਿਹੜਾ ਦਫਨਾਇਆ ਗਿਆ ਹੈਗਾ ਕਹਿੰਦੇ ਵੀ ਕਾਫੀ ਮਿਲਟਰੀ ਵੀ ਉੱਥੇ ਬਹੁਤ ਵੱਡੀ ਗਿਣਤੀ 'ਚ ਹਾਜ਼ਰ ਸੀ ਤੇ ਕੁਝ ਲੋਕ ਵੀ ਸੀਗੇ ਉਹਦੀ ਲੋਕੇਸ਼ਨ ਨਹੀਂ ਦੱਸੀ ਗਈ ਹੈਗੀ ਜਦੋਂ ਹੀ ਐਲ ਮੈਂਚੋ ਦੀ ਮੌਤ ਹੋਈ ਆ ਉਹ ਤੋਂ ਬਾਅਦ 20 ਸਟੇਟਾਂ ਜਿਹੜੀਆਂ ਆ ਮੈਕਸੀਕੋ ਦੀਆਂ ਉੱਥੇ ਕਾਫੀ ਵਾਇਲੈਂਸ ਹੋਈ ਅੱਗਾਂ ਲਾ ਦਿੱਤੀਆਂ ਗਈਆਂ ਬਿਲਡਿੰਗਾਂ ਨੂੰ ਕਾਰਾਂ ਨੂੰ ਤੇ ਉਸ ਤੋਂ ਬਾਅਦ ਹੁਣ ਉੱਥੇ ਜਿਹੜੀ ਆ ਥੋੜੀ ਜਿਹੀ ਸ਼ਾਂਤੀ ਜ਼ਰੂਰ ਹੋਈ ਹੈਗੀ ਆ ਕਹਿੰਦੇ ਭਈ 70 ਲੋਕ ਇਸ ਆਪਰੇਸ਼ਨ ਦੇ ਵਿੱਚ ਮਾਰੇ ਗਏ ਜਿਹਦੇ ਵਿੱਚ ਕਾਫੀ ਵੱਡੇ ਗਿਣਤੀ 'ਚ ਫੌਜੀ ਵੀ ਸੀਗੇ ਉੱਥੇ ਦੇ ਮੈਕਸੀਕੋ ਦੇ ਸੋ ਉਸ ਨੂੰ ਕੱਲ ਜਿਹੜਾ ਆ ਦਫਨਾਇਆ ਗਿਆ ਹੈਗਾ ਆ ਇੱਕ 골ਡਨ ਕੈਸਕਟ ਦੇ ਵਿੱਚ ਜੀ ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਓਹਾਇਓ ਤੋਂ ਵੀਕਐਂਡ ਦੇ ਉੱਤੇ ਉੱਥੇ ਇੱਕ ਹੋਰ ਖਤਰਨਾਕ ਐਕਸੀਡੈਂਟ ਵਾਪਰਿਆ
ਓਹਾਇਓ ਸਟੇਟ ਟਰੂਪਰਸ ਉਹ ਇਨਵੈਸਟੀਗੇਟ ਕਰ ਰਹੇ ਇੱਕ ਸੈਮੀ ਟਰੱਕ ਕ੍ਰੈਸ਼ ਦੀ, ਜਿਹੜਾ ਕਿ ਰੁਕੇ ਹੋਏ ਟ੍ਰੈਫਿਕ ਦੇ ਵਿੱਚ ਆਣ ਵੱਜਾ, ਜਿਸ ਕਰਕੇ ਪੇ ਪੁੱਤ ਦੀ ਇੱਕ ਦੀ ਮੌਤ ਹੋ ਗਈ ਆ, ਜੋ ਉਸ ਟ੍ਰੈਫਿਕ ਦੇ ਵਿੱਚ ਇੰਤਜ਼ਾਰ ਕਰ ਰਹੇ ਸੀਗੇ। 28 ਫਰਵਰੀ ਦੀ ਰਾਤ ਸੀਗੀ, ਸ਼ਨੀਚਰਵਾਰ ਦੀ 8:15 ਵਜੇ ਉੱਥੇ ਦਾ ਲੋਕਲ ਟਾਈਮ ਸੀਗਾ। ਸਰਾਈਡਰਵਿਲ ਓਹਾਇਓ ਦੇ ਵਿੱਚ ਇਹ ਘਟਨਾ ਵਾਪਰੀ ਆ। ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਾ 53 ਸਾਲਾਂ ਦਾ ਇੱਕ ਟਰੱਕ ਡਰਾਈਵਰ ਯੁਵਾਇਓ ਮਿਸ਼ਲ ਨਾਂ ਦਾ ਬੰਦਾ ਸੀਗਾ, ਜੋ ਕਿ ਸਲੋ ਹੋਈ ਬੈਕਅਪ ਹੋਈ ਟ੍ਰੈਫਿਕ I-75 ਦੇ ਉੱਤੇ ਆਪਣੇ ਜਿਹੜੇ ਟਰੱਕ ਆ ਉਸ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਰਿਹਾ। ਪਿੱਛੋਂ ਲਿਆ ਕੇ ਤੇਜ਼ ਰਫ਼ਤਾਰੀ ਦੇ ਵਿੱਚ ਉਸਨੇ ਟਰੱਕ ਖੜੀਆਂ ਗੱਡੀਆਂ ਦੇ ਵਿੱਚ ਮਾਰਿਆ। 4 ਪੈਸੇਂਜਰ ਗੱਡੀਆਂ ਜਿਹੜੀਆਂ ਇਸ ਦੇ ਵਿੱਚ ਨੁਕਸਾਨੀਆਂ ਗਈਆਂ, ਇੱਕ ਹੋਰ ਸੈਮੀ ਟਰੈਕਟਰ ਟ੍ਰੇਲਰ ਆ ਉਸ ਦਾ ਨੁਕਸਾਨ ਹੋਇਆ, ਤੇ ਇਸ ਐਕਸੀਡੈਂਟ ਦੇ ਵਿੱਚ 2 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਆ, ਉਹ ਦੋਨੋਂ ਪਿਓ ਪੁੱਤ ਸੀਗੇ। ਆਪਣੇ ਫੋਰਡ F-150 ਦੇ ਵਿੱਚ ਜਿਹੜੇ ਉਹ ਸਵਾਰ ਸੀਗੇ। ਸੋ ਇਹ ਮੰਦਭਾਗੀ ਜਿਹੜੀ ਘਟਨਾ ਆ ਹਰਜੋਤ ਸਿੰਘ ਜੀ, ਇਹ ਓਹਾਇਓ ਦੇ ਵਿੱਚ ਵਾਪਰੀ ਹੈਗੀ ਆ। ਇਸ ਤੋਂ ਇਲਾਵਾ ਹੋਰ ਵੀ ਲੋਕ ਜਿਹੜੇ ਆ ਉਹ ਜ਼ਖਮੀ ਜਿਹੜੇ ਹੋਏ ਸੀ, ਜਿਹੜੇ ਕੁਛ ਨਾਨ ਲਾਈਫ ਥ੍ਰੈਟਨਿੰਗ ਇੰਜਰੀਜ਼ ਤੇ ਕਈਆਂ ਨੂੰ ਜਿਹੜੀ ਆ ਸੀਰੀਅਸ ਇੰਜਰੀਜ਼ ਦੇ ਨਾਲ ਹਸਪਤਾਲ 'ਚ ਦਾਖਲ ਜਿਹੜਾ ਉਹ ਕਰਾਇਆ ਗਿਆ ਸੀ। ਹਰਸ਼ਲ ਗਿਬਸਨ ਤੇ 11 ਸਾਲਾਂ ਦਾ ਜਿਹੜਾ ਬੱਚਾ ਉਹ ਮੌਕੇ ਦੇ ਉੱਤੇ ਮ੍ਰਿਤ ਜਿਹੜੇ ਆ ਉਹ ਘੋਸ਼ਿਤ ਕਰ ਦਿੱਤੇ ਗਏ ਸੀਗੇ। 5 ਘੰਟੇ ਤੱਕ ਇਹ ਜਿਹੜੀ ਰੋਡ ਆ ਉਹ ਉੱਥੇ ਬੰਦ ਰਹੀ ਸੀ। ਹੁਣ ਇਸ ਦੀ ਜਿਹੜੀ ਓਹਾਇਓ ਸਟੇਟ ਹਾਈਵੇ ਪੈਟਰੋਲ ਆ ਉਹ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਇਹ ਹਰਜੋਤ ਸਿੰਘ ਜੀ ਇਦਾਂ ਦੇ ਜਿਹੜੇ ਐਕਸੀਡੈਂਟ ਆ ਕਾਫੀ ਜ਼ਿਆਦਾ ਹੋਣ ਲੱਗ ਗਏ ਆ। ਬੀਤੇ ਸਮੇਂ ਦੇ ਵਿੱਚ ਵੀ ਆਪਾਂ ਇੰਡੀਆਨਾ ਦੇ ਵਿੱਚ ਇੱਕ ਹੋਰ ਦੇਖਿਆ ਸੀ, ਉਹ ਵੀ ਰੈੱਡ ਲਾਈਟ ਨੂੰ ਕ੍ਰਾਸ ਕਰਕੇ ਖੜੀ ਟ੍ਰੈਫਿਕ 'ਚ ਜਾ ਕੇ ਵੱਜਾ, ਉੱਥੇ ਵੀ ਮੌਤਾਂ ਹੋਈਆਂ। ਹੁਣ ਆ ਵੀ ਜਿਹੜਾ ਇੱਕ ਬੈਕਅਪ ਟ੍ਰੈਫਿਕ ਆ ਇਹਦੇ ਵਿੱਚ ਯੂਵੀਓ ਮਿਕਲ ਨਾਂ ਦੇ ਬੰਦੇ ਨੇ ਉਹਨੇ ਆਪਣਾ ਜਿਹੜਾ ਟਰੱਕ ਨਾ ਰੋਕਣ ਕਰਕੇ ਉਹਨੇ ਐਕਸੀਡੈਂਟ ਦੇ ਵਿੱਚ 2 ਜਣਿਆਂ ਦੀ ਮੌਤ ਜਿਹੜੀ ਹੋਈ ਆ। ਸੋ ਕਿਸੇ ਵੀ ਤਰੀਕੇ ਦੀ ਜਦੋਂ ਤੁਸੀਂ ਡਰਾਈਵਿੰਗ ਕਰਦੇ, ਚਾਹੇ ਵੱਡਾ ਟਰੱਕ ਆ ਤੇ ਚਾਹੇ ਛੋਟੀ ਗੱਡੀ ਆ, ਧਿਆਨ ਜਿਹੜਾ ਉਹ ਰੱਖਿਆ ਕਰੋ ਵੀ ਕੀ ਜਿਹੜਾ ਸਾਹਮਣੇ ਟ੍ਰੈਫਿਕ ਦੇ ਉੱਤੇ ਧਿਆਨ ਰਵੇ, ਕਿਉਂਕਿ ਸੈਕਿੰਡਸ ਵੀ ਨਹੀਂ ਜਿਹੜੇ ਉਹ ਲੱਗਦੇ ਇੱਕਦਮ ਸਹੀ ਚੱਲਦੇ ਗੱਡੀ ਤੋਂ ਅਚਾਨਕ ਜਿਹੜੇ ਉਹ ਹਾਦਸਾਗ੍ਰਸਤ ਹੋਣ ਦੇ ਵਿੱਚ। ਜੀ ਸੋ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਬਿਲਕੁਲ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US